अस्सलाम वालेकुम नाज़रीन, आपका होस्ट उस्मान रज़ाक आपकी खिदमत में हाजिर है और आप देख रहे हैं लाइव टॉक। शेर व शायरी के इस सेशन में हमारे साथ हमारे शोरा कराम भी मौजूद हैं। आज वो अपनी ज़िंदगियों की आप बीती सुनाएंगे, ज़िंदगी के कुछ वाक़यात वो हमारे साथ शेयर करेंगे। तो चलते हैं अपने शोरा कराम की तरफ। वो शेर तो बहुत सुना चुके हैं आपको, लेकिन आज वो अपनी ज़िंदगियों के कुछ ऐसे वाक़यात सुनाएंगे जिन्हें सुनकर आप इंजॉय भी करेंगे और सबक पता नहीं हासिल करेंगे कि नहीं करेंगे। अस्सलाम वालेकुम जी। वालेकुम सलाम। अस्सलाम वालेकुम सर। वालेकुम सलाम जी। वालेकुम अस्सलाम। अच्छा जी, सबसे पहले आप में से कौन अपनी ज़िंदगी का यादगार वाक़या सुनाना चाहेगा? भाई अली से हम स्टार्ट करते हैं। वो मेरा ਤਾਂ ਬੜਾ ਦੁਖੀ ਆ ਵਾ ਤੇ ਇਹ ਤੁਸੀਂ ਬਾਅਦ ਚ ਸੁਣੋ ਜੀ ਕਿਉਂਕਿ ਜਿਹੜਾ ਚਲੋ ਭਾਈ ਵਾਕਿਆ ਮੇਰੇ ਨਾਲ ਜਿਹੜਾ ਬੀਤਿਆ ਨਾ ਮੈਂ ਸਹੀ ਸੁਣਾਵਾਂਗਾ, ਕੋਈ ਝੂਠ ਨਹੀਂ ਇਹਦੇ ਵਿੱਚ, ਯਕੀਨ ਮੰਨੋ। ਠੀਕ ਹੈ। ਹਾਂ, ਮੈਨੂੰ ਵਿਆਹਾਂ ਦਾ ਬੜਾ ਸ਼ੌਂਕ ਸੀ, ਸੱਦ ਦਾ ਕੋਈ ਨਹੀਂ ਸੀ, ਮੈਂ ਚਲੇ ਜਾਂਦਾ ਸੀ। ਕਈ ਵਾਰੀ ਮੈਂ ਗਿਆ ਵਿਆਹਾਂ ਤੇ ਉਸਤਾਦ, ਵਿਆਹ ਆਉਣੀਆਂ, ਬਰਾਤਾਂ ਆਉਣੀਆਂ, ਲੁੱਟਣੀਆਂ, ਇਹ 'ਚ ਕੋਈ ਇਮਾਨਦਾਰੀ ਵਾਲਾ ਕੋਈ ਝੂਠ ਨਹੀਂ ਹੈਗਾ, ਕੋਈ ਫੇਕ ਨਹੀਂ। ਮਗਰ ਮੈਂ ਜਿੱਥੇ ਬਰਾਤ ਆਉਣੀ ਉਹਨਾਂ ਨੇ ਕਹਿਣਾ ਉਹ ਆ ਗਏ ਮੁੰਡੇ। ਉਹ ਬਰਾਤ ਕਿਸੇ ਦੀ ਆਉਂਦੀ ਸੀ, ਪਹੁੰਚ ਅਸੀਂ ਪਹਿਲਾਂ ਜਾਂਦੇ ਸੀ, ਉੱਥੇ ਅਸੀਂ ਰੌਲਾ ਪਾ ਦੇਣਾ। ਬਰਾਤ ਜਦੋਂ ਬਰਾਤ ਆਉਣੀ ਕਿਸੇ ਦੇ ਫੁੱਲ ਪੁੱਟਦੇ ਨੇ, ਵਧੀਆ ਲਿੱਤਰ ਖਾਦੇ ਨਿੱਕੇ ਹੁੰਦੇ, ਹੁਣ ਵੱਡੇ ਹੋ ਗਏ ਨਹੀਂ ਪਤਾ ਲੱਗਦਾ, ਕੰਮ 'ਚ ਪੈ ਗਏ। ਮਗਰ ਹਜੇ ਵੀ ਬਰਾਤਾਂ ਆਉਂਦੀਆਂ, ਦਿਲ ਵਿੱਚੋਂ ਕਰਦਾ ਐਂ ਠਾ ਜਦੋਂ ਵੇਖੀ ਦੇ ਨਾ ਪੈਸੇ ਤੇ ਕਰਦਾ ਯਾਰ ਫਿਰ ਦੇਣ ਆ ਜਾਣਾ ਹੈ ਪੈਸੇ ਵੇਖੀ ਦੇ। ਬੜੇ ਲੁੱਟੇ ਅਸੀਂ, ਇੱਕ ਵਾਰੀ ਅਸੀਂ ਪੈਸੇ ਲੁੱਟੇ 50 ਰੁਪਏ ਦੇ, ਅਤੇ ਇੱਦਾਂ ਸਾਡੀਆਂ ਉਦਣ ਹੋ ਗਈਆਂ। ਇੱਕ ਵਾਰੀ ਮੈਂ ਵਿਆਹ 'ਚ ਵੱਧ ਗਿਆ ਥੱਲੋਂ ਦੀ, ਤੰਬੂ ਦੇ ਥੱਲੋਂ ਦੀ। ਉਦਣ ਭੁੱਖ ਬੜੀ ਲੱਗੀ ਸੀ ਮੈਨੂੰ, ਇਮਾਨਦਾਰੀ ਆ, ਤੇ ਕਦੇ ਰੋਟੀ ਨਹੀਂ ਲੱਭੀ ਸੀ, ਅਤੇ ਮੈਂ ਥੱਲੋਂ ਦੀ ਵੱਧ ਗਿਆ। ਉਦਣ ਅੱਲਾ ਕਦੇ ਕੱਟਾ ਪੱਕਿਆ ਸੀ, ਅਤੇ ਮੈਂ ਇਮਾਨਦਾਰੀ ਵਾਲੀ ਮੈਂ ਖਾਣ ਲੱਗਿਆ, ਸ਼ੁਰੂ ਕੀਤਾ, ਬੋਟੀ ਮੂੰਹ 'ਚ ਪਾਈ, ਤਾਂ ਮੈਨੂੰ ਪਿੱਛੇ ਬੰਦੇ ਨੇ ਫੜ ਲਿਆ ਕੰਨ ਤੋਂ। ਉਹਨੇ ਕਿਹਾ ਚਾਚਾ ਕਿੱਧਰ? ਮੈਂ ਕਿਹਾ ਯਾਰ, ਮੈਂ ਉਹਦੇ ਮੂੰਹ ਵੱਲ ਵੇਖ ਕੇ ਮਾਸੂਮ ਜਿਹਾ ਮੂੰਹ ਕਰ ਲਿਆ। ਮੈਂ ਕਿਹਾ ਯਾਰ ਕੁੱਟੇ ਨਾਲ ਡਰ ਗਿਆ, ਇਮਾਨਦਾਰੀ ਵਾਲੀ ਗੱਲ, ਮੈਂ ਡਰ ਗਿਆ। ਮੈਂ ਉਹਦੇ ਮੂੰਹ ਵੱਲ ਮੈਂ ਕਿਹਾ ਯਾਰ ਖਾ ਲੈਂਦੇ 2 ਬੋਟੀਆਂ। ਉਹਨੇ ਕਿਹਾ ਉੱਠ ਜਾ, ਅੱਗੇ ਸਾਡੇ ਥੋੜਾ ਵਾ, ਕਹਿੰਦੇ ਅੱਗੇ ਸਾਡੇ ਥੋੜਾ ਤੂੰ। ਉਹਨੇ ਮੈਨੂੰ ਬਾਅਦ ਕਹਿੰਦੇ ਕਿ ਹੋਰ ਬੰਦੇ ਦਿਖਾ ਕਿੱਥੇ ਤੇਰੇ ਨਾਲ। ਉਹ ਮੈਂ ਕਿਹਾ ਸਾਰ ਤੁਸੀਂ ਡਾਕਾ ਨਹੀਂ ਮਾਰਨਾ, ਰੋਟੀ ਖਾਣ ਆਇਆ, ਮੈਂ ਇਕੱਲਾ ਹੀ ਹਾਂ। ਉਹਨੇ ਕਿਹਾ ਯਾਰ ਪਿਛਲੇ ਵਿਆਹ 'ਤੇ ਵੀ ਤੂੰ ਮੈਨੂੰ ਲੱਗਦਾ ਵਧਿਆ, ਸਾਡਾ ਗੋਸ਼ਤ ਘੱਟ ਗਿਆ। ਮੈਂ ਕਿਹਾ ਸਾਰ ਪਹਿਲੀ ਪਲੇਟ ਆ। ਕਹਿੰਦਾ ਨਹੀਂ ਮੈਨੂੰ ਲੱਗਦਾ ਤੂੰ ਵਾਹਵਾ ਖਾ ਗਿਆ। ਮੈਨੂੰ ਬੜਾ ਢਾਲਿਆ, ਮੈਨੂੰ ਕਹਿੰਦਾ ਇੱਦਾਂ ਕਰ, ਜਿਹੜੀ ਤੂੰ ਖਾ ਲਈਆਂ ਨਾ ਬਸ ਪਹੁੰਚ ਜਾ ਕਰੇ। ਉਹਨੇ ਮੈਨੂੰ ਸਾਰਿਆਂ ਦੇ ਸਾਹਮਣੇ ਖੜਾ ਕਰ ਲਿਆ। ਉਹਨੇ ਕਿਹਾ ਆਹ ਫਲਾਡੀ ਗਿਆ ਬੰਦਾ, ਕਹਿੰਦਾ ਹਰ ਵਿਆਹ 'ਤੇ ਵੱਸ ਜਾਂਦਾ, ਇਹਨੂੰ ਮੈਂ 50 ਵਿਆਹਾਂ 'ਤੇ ਕੱਢਿਆ ਹੋਇਆ, ਅਤੇ ਇਹ ਬੰਦਾ ਨਹੀਂ ਛੱਡਦਾ ਕੋਈ ਸ਼ੈ, ਇਹ ਤੋਂ ਬਚਤ ਥੋੜ੍ਹਾ ਜਿਹਾ ਖਿਆਲ ਕਰੋ। ਉਸ ਤੋਂ ਬਾਅਦ ਮਗਰ ਮੈਨੂੰ ਤੈਨੂੰ ਪਤਾ ਸ਼ਰਮ ਤਾਂ ਮੈਨੂੰ ਆਉਂਦੀ ਨਹੀਂ। ਚਲੋ ਵਿਆਹ ਵਿੱਚ ਕੋਈ ਨਹੀਂ ਆਇਆ। ਮੈਨੂੰ ਵਧੀਆ ਨੇ ਕਿਹਾ ਯਾਰ ਐਵੇਂ ਮਜ਼ਾਕ 'ਚ ਕਹੀ ਜਾਂਦਾ, ਸ਼ਾਹਰੁਖ ਖਾਨ ਆ ਗਿਆ, ਉਹ ਅਕਸ਼ੇ ਕੁਮਾਰ ਦਾ ਕਰਨਾ, ਮੈਂ ਸੱਚੀ ਸਮਝ ਲੈਣਾ ਕਿ ਅਕਸ਼ੇ ਕੁਮਾਰ ਆ। ਉਹ ਕਈ ਬੰਦਿਆਂ ਨੇ ਮਜ਼ਾਕ ਕਰਨਾ ਮੇਰੇ ਨਾਲ, ਉਹ ਸੰਜੇ ਦत्त ਆ ਗਿਆ, ਬਾਬਾ ਜੀ ਮੈਂ ਗੁਲਾਮਾਂ ਖੁੱਲ੍ਹ ਕੇ ਉੱਦਾਂ ਹੀ ਤੁਰਨਾ। ਉਹਨੇ ਇੱਕ ਮੁੰਡਾ ਕਹਿੰਦਾ ਤੂੰ ਟੈਗਰ ਸ਼ਰੂਫ ਆ, ਤਾਂ ਮੈਂ ਮੰਨ ਲੈਣਾ ਟੈਗਰ ਸ਼ਰੂਫ ਹੀਰੋ ਆ ਦੱਸਦਾ। ਹਾਂ ਉਹੀ ਮੈਂ ਉਹਦੇ ਕਰਕੇ ਉਲਟਬਾਜ਼ੀਆਂ ਲਾਈ ਜਾਣੀਆਂ। ਉਹਨੇ ਮੈਨੂੰ ਐਵੇਂ ਚੱਕੀ ਜਾਣਾ, ਤੂੰ ਕ੍ਰਿਸ਼ ਆ, ਤਾਂ ਮੈਂ ਕੋਠੇ ਤੋਂ ਛਾਲ ਮਾਰ ਦੇਣੀ। ਚਲੋ ਛੱਡੋ, ਇਹਦੀ ਸੁਣ ਲਓ, ਮੇਰੀ ਤਾਂ ਬਹੁਤ ਲੰਮੀ ਹੋਰ ਸੁਣਾਵਾਂਗਾ ਇੱਕ ਵਾਰੀ, ਤੁਸੀਂ ਇੰਨੀ ਕੁ ਬਹੁਤ ਤਸਵੀਰਾਂ ਲੱਗੀਆਂ ਹੋਈਆਂ। ਹਾਂਜੀ ਸਰ, ਤੁਸੀਂ ਆਪਣੀ ਕੋਈ ਜ਼ਿੰਦਗੀ ਦਾ ਕੋਈ ਬਚਪਨ ਦਾ ਕੋਈ ਯਾਦਗਾਰ ਵਾਕਿਆ? ਬਿਲਕੁਲ ਜੀ, ਸੁਣਾਵਾਂਗਾ। ਮੈਂ ਜੀ ਛੋਟਾ ਹੁੰਦਾ ਬਹੁਤ ਸ਼ਰਾਰਤੀ ਸੀ, ਅਤੇ ਮੈਨੂੰ ਪਟਾਕਿਆਂ ਦਾ ਬਹੁਤ ਸ਼ੌਂਕ ਸੀ। ਬਰਾਤ ਆਉਣੀ ਜਾਂ ਵੈਸੇ ਮੈਂ ਬੜੇ ਪੰਗੇ ਲੈਣੇ। ਅਤੇ ਇੱਕ ਵਾਰੀ ਨਾ ਭਾਈ ਸਾਡੇ ਪਿੰਡ 'ਚ ਆਈ ਬਰਾਤ, ਅੱਲਾ ਏਜੰਸੀ ਵੀ ਕਰਿਆ, ਮੇਰਾ ਬੁੜਾ ਵੀ ਸੀ, ਅਤੇ ਉਹ ਮੈਨੂੰ ਲੈ ਗਿਆ ਬਾਹਰ। ਸਾਡੇ ਨਾਲ ਫੱਟੇ 'ਤੇ 2-3 ਬੁੜੀਆਂ ਬੈਠੀਆਂ ਹੋਈਆਂ ਸੀ, ਅਤੇ ਮੈਨੂੰ ਮੇਰੇ ਬੁੜੇ ਨੇ ਚੁੱਕਿਆ ਹੋਇਆ ਸੀ। ਉਹ ਭਾਈ ਜਦੋਂ ਉਹਨਾਂ ਨੇ ਚਲਾਇਆ ਨਾ ਪਟਾਕਾ, ਅਤੇ ਉਹ ਸਾਡੇ ਕੋਲੋਂ ਨਹੀਂ ਲੰਘਿਆ ਛੂੰ ਕਰਕੇ, ਉਹ ਭਾਈ ਇੱਕ ਬੁੜੀ ਦੇ ਵੱਜਿਆ, ਉਹ ਬੁੜੀ ਡਿੱਗ ਪਈ ਥੱਲੇ। ਉਹ ਸਾਰੇ ਬੰਦਿਆਂ ਨੇ ਰੌਲਾ ਪਾ ਦਿੱਤਾ ਕਿ ਬੁੜੀ ਨੂੰ ਫੜੋ, ਬੁੜੀ ਨੂੰ ਫੜੋ। ਜੋ ਵੇਖਿਆ ਬੁੜੀ ਨੂੰ ਚੁੱਕਣ ਵਾਸਤੇ, ਪਹਿਲੇ ਬੁੜੀ ਉੱਠੀ ਨਹੀਂ। ਉਹ ਬਾਅਦ 'ਚੋਂ ਵੇਖਿਆ ਜੇ ਪਟਾਕਾ ਵੱਜਿਆ, ਬੁੜੀ ਭਾਈ ਮਿੰਟ ਨਹੀਂ ਲੱਗਾ, ਭਾਈ ਕਿੱਧਰ ਗਾਇਬ ਹੋ ਗਈ। ਉਹ ਭਾਈ ਸੂਟ ਸਾੜ ਸਾਡੇ ਪਾਟ ਗਏ। ਉਹ ਬਾਅਦ ਵਿੱਚੋਂ ਜਦੋਂ ਫਿਰ ਕੋਈ ਪਟਾਕਾ ਵੱਜ ਜਾਵੇ ਨਾ, ਮੈਂ ਭਾਈ ਮੰਜੀ ਥੱਲੇ ਹੋ ਜਾਂਦਾ ਸੀ, ਯੈਲ ਹੋ ਕੇ ਜਾਂਦਾ ਸੀ। ਮੈਂ ਬੜਾ ਫਿਰ ਡਰਦਾ ਰਿਹਾ। ਹੁਣ ਜੇ ਆ ਕੇ ਠੀਕ ਹੈ, ਹੁਣ ਵਿਆਹ ਵਿਊ ਹੁਣ ਤਾਂ ਹੁਣ ਆਪ ਖੁਦ ਵੀ ਚਲਾ ਲਈਦੇ ਆ। ਹਾਂਜੀ ਸਰ, ਤੁਸੀਂ ਆਪਣੀ ਕੋਈ ਬਚਪਨ ਦਾ ਕੋਈ ਯਾਦਗਾਰ ਵਾਕਿਆ ਕੋਈ ਯਾਦ ਹੋਵੇ ਕਿ? ਬਚਪਨ ਦਾ ਨਹੀਂ ਯਾਰ, ਮੇਰਾ ਹੁਣ ਵਾਕਿਆ ਹੈਗਾ ਰੀਸੈਂਟ, ਥੋੜ੍ਹੇ ਦਿਨ ਪਹਿਲਾਂ ਇੱਦਾਂ ਹੀ ਐਵੇਂ ਯੂਨੀਵਰਸਿਟੀ ਲਾਈਫ 'ਚ ਜਾ ਰਹੇ ਸੀ ਨਾ, ਅਤੇ ਤੁਹਾਨੂੰ ਪਤਾ ਯੂਨੀਵਰਸਿਟੀ ਆਰਮ ਸਟਿੰਗ ਵਗੈਰਾ ਚੱਲਦੀ ਰਹਿੰਦੀ ਆ,
ਤੇ ਸਟਿੰਗ ਵਗੈਰਾ ਐਵੇਂ ਮੰਮਾ ਨੇ ਨਾ ਰੂਹ ਅਫਜ਼ਾ ਦਾ ਜਿਹੜਾ ਹੁੰਦਾ ਪਾਣੀ ਕਹਿੰਦੇ ਆ ਬਣਾ ਕੇ ਦਿੱਤਾ ਜਾਂਦਾ, ਉਹ ਸਟਿੰਗ ਦੀ ਬੋਤਲ ਪਈ ਸੀ ਖਾਲੀ ਘਰ, ਤੇ ਉਹਦੇ 'ਚ ਨਾ ਉਹ ਪਾਣੀ ਡਾਲਿਆ, ਬਣਾਇਆ ਰੂਹ ਅਫਜ਼ੇ ਦਾ ਤੇ ਬਣਾ ਕੇ ਦੇਤਾ ਜੀ। ਯੂਨੀਵਰਸਿਟੀ ਗਿਆ, ਮੈਨੂੰ ਕਹਿੰਦੇ ਵਾਹ ਯਾਰ ਅੱਜ ਸਟਿੰਗ ਦੀ ਬੋਤਲ ਲਈ ਫਿਰ ਤਾਂ ਕੀ ਬਾਤ ਹੈ ਤੇਰੀ। ਮੈਨੂੰ ਤਾਂ ਪਤਾ ਸੀ ਕਿ ਹੈਗਾ ਵੀ ਰੂਹ ਅਫਜ਼ੇ ਦਾ ਪਾਣੀ। ਮੈਂ ਕਿਹਾ ਚਲੋ ਜੀ ਪੀ ਲਓ ਯਾਰ, ਮੈਂ ਅੱਜ ਯਾਰਾਂ ਵਾਸਤੇ ਲੈ ਕੇ ਆਇਆ ਵਾਂ ਤੁਹਾਡੇ ਵਾਸਤੇ ਸਪੈਸ਼ਲੀ। ਕਹਿੰਦੇ ਕਿਆ ਬਾਤ ਹੈ, ਅੱਜ ਸੂਰਜ ਕਿੱਧਰੋਂ ਨਿਕਲਿਆ। ਉਹਨਾਂ ਨੇ ਪੀਤਾ, ਜਦੋਂ ਹਜੇ ਟੇਸਟ ਕੀਤਾ, ਇੱਕ ਨੇ ਪੀਤਾ, ਯਾਰ ਕਹਿੰਦਾ ਫੱਕਾ ਜਿਹਾ ਲੱਗ ਰਿਹਾ ਯਾਰ, ਤੂੰ ਚੈੱਕ ਕਰੀ ਐਕਸਪਾਇਰ ਤਾਂ ਨਹੀਂ ਪਿਆ ਰਿਹਾ ਵਗੈਰਾ ਤਾਂ ਆਪਾਂ ਨੂੰ। ਦੂਜੇ ਨੇ ਚੈੱਕ ਕੀਤਾ, ਕਹਿੰਦਾ ਹਾਂ ਯਾਰ ਫੋਕਾ ਫੋਕਾ ਯਾਰ ਮਿੱਠਾ ਆ। ਮੈਂ ਕਿਹਾ ਭਾਈ ਇਹ ਰੂਹ ਅਫਜ਼ੇ ਦਾ ਪਾਣੀ ਹੈ। ਉਹੀ ਜੀ ਬੰਦਾ ਮੇਰੇ ਨਾਲ ਫਿਰ ਚਲਾ ਗਿਆ। ਹੁਣ ਈਦ ਗੁਜ਼ਰੀ ਜਦੋਂ ਛੋਟੀ ਸ਼ਾਨ ਹੈ ਆਪਣਾ, ਇਹ ਬੰਦਾ ਹੁਣ ਮੇਰੇ ਨਾਲ ਥੋੜ੍ਹੇ ਦਿਨ ਪਹਿਲੇ ਈਦ 'ਤੇ ਚਲਾ ਗਿਆ ਜੀ ਬਰਗਰ ਖਾਣ। ਕਹਿੰਦੇ ਚੱਲ ਅੱਜ ਜੀ ਬਰਗਰ ਖਾਣੇ ਆ ਅਤੇ ਬਰਗਰ ਖਾ ਕੇ ਆਉਣਾ। ਮੈਂ ਕਿਹਾ ਚਲੋ ਠੀਕ ਆ ਬਈ, ਆ ਹੈ ਫੈਮਿਲੀ ਪਾਰਕ ਆਪਣਾ ਜਿਹੜਾ, ਉੱਥੇ ਚਲੇ ਗਏ। ਬਰਗਰ ਲਗਾਇਆ ਵਾ, ਬਰਗਰ ਉਸਤਾਦ ਜੀ ਉਹਨਾਂ ਨੇ ਗਰਮਾ ਗਰਮ, ਫੁੱਲ ਧੁੱਪ ਹੋਵੇ ਉੱਪਰੋਂ ਐਂ ਸਿਖਰ ਦੁਪਹਿਰ, ਅਤੇ ਉਹਨਾਂ ਨੇ ਉੱਪਰੋਂ ਗਰਮ ਗਰਮ ਬਰਗਰ ਦੇ ਤੇ ਖਾਧੇ। ਅੰਦਰ ਕਹਿੰਦੇ ਨਾ ਜਿਹਨੂੰ ਪ੍ਰੋਪਰ ਪਿਓਰ ਅੱਗ ਲੱਗ ਜਾਣੀ, ਉਹ ਲੱਗ ਗਈ। ਅਸੀਂ ਕਿਹਾ ਯਾਰ ਕੋਈ ਠੰਡਾ ਪਾਣੀ ਦੇ ਦੇ। ਕਹਿੰਦਾ ਯਾਰ ਹੁਣੀ ਬਰਫ਼ ਸਿੱਟੀ ਆ ਭਾਈ ਜਾਂਦਾ, ਅੱਗੋਂ ਵੀ ਸਾਡੇ ਵਰਗਾ ਹੀ ਸੀਗਾ। ਉਹਨੇ ਪਾਣੀ ਦਿੱਤਾ ਸਾਨੂੰ, ਉਹ ਪਾਣੀ ਗਰਮ ਜਿਹਨੂੰ ਕਹਿੰਦੇ ਨਾ ਅੰਦਰ ਉਹ ਸੜ ਜਾਣਾ, ਉਹ ਦੇਤਾ ਉਹਨੇ ਪਾਣੀ। ਉਹ ਪੀਤਾ, ਮੇਰਾ ਤੇ ਉਸਤਾਦ ਜੀ ਅੱਗ ਲੱਗ ਗਈ ਅੰਦਰ। ਸ਼ਾਨ ਉਹ ਜਿਹੜਾ ਬੰਦਾ ਸੀ ਮੇਰੇ ਨਾਲ, ਕਹਿੰਦਾ ਸੁਣਾ ਕਿਵੇਂ ਦਾ ਪਾਣੀ। ਉਹ ਮੈਂ ਕਿਹਾ ਠੰਡ ਪੈ ਗਈ ਅੰਦਰ, ਠੰਡਾ ਹੀ ਬਹੁਤ ਹੈ ਯਾਰ, ਠੰਡਾ ਅੰਦਰ ਜੰਮ ਗਿਆ ਮੇਰਾ। ਕਹਿੰਦਾ ਲਿਆ ਚਾਚਾ ਮੈਨੂੰ ਵੀ ਦੇ। ਉਹਨੇ ਉਹ ਉਸਤਾਦ ਜੀ ਉਹ ਵੱਡਾ ਮੱਗਾ ਜਿਹਾ ਹੁੰਦਾ ਜਿਹੜਾ, ਉਹ ਭਰ ਕੇ ਪਿਆ ਲਿਆ, ਭਰਵਾ ਲਿਆ। ਜਦੋਂ ਉਹਨੇ ਯਕਦਮ ਸੀਟਿਆ, ਉਹਨੇ ਵੀ ਨਹੀਂ ਦੇਖਿਆ ਕਿ ਆਰਾਮ ਨਾਲ ਥੋੜ੍ਹੀ ਘੁੱਟ ਭਰ ਕੇ ਸਿਪ ਲੈ ਕੇ ਦੇਖਾਂ। ਚਲੋ ਜੀ ਸਾਰਾ ਅੰਦਰ ਸੀਟਤਾ ਉਹ ਟੱਪੇ। ਕਹਿੰਦਾ ਅੱਗੇ ਤਾਂ ਤੇਰੇ ਨਾ ਸਟਿੰਗ ਪੀਣੀ ਆ ਨਾ ਤੇਰੇ ਕੋਲ ਕੁਛ ਖਾਣਾ ਪੀਣਾ। ਤੁਹਾਡਾ ਕੋਈ ਐਸਾ ਕੋਈ ਯਾਦਗਾਰ ਵਾਕਿਆ, ਕੋਈ ਮਜ਼ਾਹੀਆ? ਹਾਂ ਸ਼ਰਾਰਤਾਂ ਤਾਂ ਬਹੁਤ ਕੀਤੀਆਂ, ਜਿੰਨੀਆਂ ਅਸੀਂ ਕੀਤੀਆਂ ਲੱਗਦਾ ਥੋੜ੍ਹੀਆਂ ਕੀਤੀਆਂ ਹੁਣ ਲੋਕਾਂ ਨੇ, ਸਾਡੇ ਜਾਨੀ ਕੋਈ ਕਰਦਾ ਹੀ ਨਹੀਂ ਸੀ। ਪੁਰਾਣੇ ਵਕਤਾਂ ਦੀ ਗੱਲ ਆ, 1977 ਦੀ ਨਹੀਂ ਯਾਰ, ਹੁਣ ਦੀ ਗੱਲ ਆ ਥੋੜ੍ਹੇ ਚਿਰਾਂ ਦੀ ਜਾਂ 2 ਦਿਨਾਂ ਦੀ ਗੱਲ। ਨਹੀਂ ਉਹ ਜਿਹੜਾ ਕੋਈ ਯਾਦ ਹੋਵੇ ਤੁਹਾਨੂੰ ਬੜਾ ਮਜ਼ਾ ਆਇਆ ਹੋਵੇ ਅਤੇ ਉਹ ਜ਼ੇਨ 'ਚ ਰਹਿ ਗਈ ਹੋਵੇ ਗੱਲ ਕਿ ਯਾਰ ਆਹ ਜਿਹੜਾ ਵਾਕਿਆ ਨਾ ਇਹ ਵਾਕਈ ਬੜਾ ਮਜ਼ੇਦਾਰ ਸੀਗਾ। ਪਹਿਲਾਂ ਉਹਨਾਂ ਦਾ ਸੁਣੋ ਫਿਰ ਸੁਣਾਉਂਦੇ ਆਪਾਂ। ਨਹੀਂ ਭਾਈ ਜੀ ਪਹਿਲੇ ਤੁਸੀਂ ਸੁਣਾਓ। ਉਹ ਮੇਰਾ ਵਾਕਿਆ ਥੋੜ੍ਹਾ ਜਿਹਾ ਲੰਮਾ, ਮੈਂ ਤੈਨੂੰ ਅੱਗੇ ਦੱਸਿਆ। ਭਾਜੀ ਪੈ ਕੇ ਸੁਣਾ ਦਿਓ। ਉੱਦਾਂ ਕਿ ਬਹੁਤ ਲੰਮਾ ਬਣ ਜਾਣਾ ਯਾਰ। ਭਾਜੀ ਸੌਂ ਜਾਵਾਂਗੇ ਜੀ। ਰੋਟੀ ਲਿਆ ਦੇਖ ਲਾ ਜਿਵੇਂ ਦਿਲ ਕਰਦਾ, 10 ਤਾਂ ਵੱਜ। ਸੁਣਾਓ ਭਾਜੀ। ਯਾਰ ਸ਼ੌਂਕ ਬਸ ਇੰਨਾ ਕੀ ਹੁੰਦਾ, ਸ਼ਰਾਰਤੀ ਬਹੁਤ ਜ਼ਿਆਦਾ ਹੁੰਦੇ ਸੀ, ਠੀਕ ਆ ਨਾ। ਯਾਰ ਕਈ ਵਾਰੀ ਨਾ ਕਿਸੇ ਦੀ ਦੁਕਾਨ ਖੁੱਲ੍ਹੀ ਹੋਣੀ ਅਤੇ ਬਸ ਜਾਣਾ ਸੌਦਾ ਲੈਣ ਜਾਣਾ, ਦੁਕਾਨ ਵਾਲੇ ਨੂੰ ਕਹਿਣਾ ਯਾਰ ਕਦੋਂ ਦੁੱਧ ਤਾਂ ਵਰਕ ਲਈ ਤਾਂ ਹੌਲੀ ਇੱਕ ਦਿਨ ਸ਼ਾਮਾਂ ਚੱਕ ਕੇ ਖਾ ਲੈਣੀਆਂ, ਬੜਾ ਮਜ਼ਾ ਆਉਂਦਾ ਰਿਹਾ। ਉਸ ਟਾਈਮ ਮਜ਼ਾ ਆਉਂਦਾ ਸੀ, ਨਿੱਕੇ ਹੁੰਦੇ ਸੀ। ਅਤੇ ਫਿਰ ਚੂਰਨ ਨਾਲ ਲਾ ਕੇ ਨਾ ਮਾਲਟ ਖਾਂਦੇ ਰਹੇ, ਅਮਰੂਦ ਖਾਂਦੇ ਰਹੇ, ਉਹ ਵੀ ਬੜਾ ਲੋਕਾਂ ਦੀ ਸ਼ਾਮਾਂ। ਸ਼ਰਾਰਤ ਤੈਨੂੰ ਪਤਾ ਇੱਦਾਂ ਦੀ ਸ਼ੈ ਸੀ, ਰਾਤ ਨੂੰ ਜਾਣਾ, ਜਦੋਂ ਰਾਤ ਨੂੰ ਲੋਕਾਂ ਨੇ ਸੌ ਜਾਣਾ, ਲੋਕਾਂ ਦੇ ਕੁੰਡਿਆਂ 'ਚ ਨਾ ਵੱਟੇ ਮਾਰ ਕੇ ਦਰਵਾਜ਼ਿਆਂ 'ਚ ਭੱਜਣਾ, ਬੜਾ ਮਜ਼ਾ ਆਉਂਦਾ। ਉਹਨਾਂ ਦੇ ਵਿਚਾਰੇ ਨੇ ਬਾਹਰ ਆਉਣਾ, ਇਹ ਨਹੀਂ ਸੋਚੀਦਾ ਸੀ ਕਿ ਅਗਲਾ ਬੰਦਾ ਪਤਾ ਨਹੀਂ ਗਾਲਾਂ ਕੱਢ ਰਿਹਾ, ਇਹ ਅਸਲੋਂ ਨਹੀਂ ਪਤਾ ਸਾਨੂੰ ਸੀ, ਅਗਲਾ ਕੱਢ ਰਿਹਾ ਸੀ, ਹੁੰਦਾ ਸੀ, ਬੜਾ ਮਜ਼ਾ ਆਉਂਦਾ ਸੀ। ਕਿਸੇ ਦਾ ਫਿਰ ਆਹ ਵਾਕਿਆ ਯਕੀਨ ਬਾਤ ਪਲੈਂਟੇ। ਹਲੋ ਮੈਂ ਇੱਕ ਮੇਰੇ 'ਚ ਗਲਤੀ ਸੀ, ਇੱਕ ਮੇਰੇ 'ਚ ਬੜੀ ਗਲਤ ਗੱਲ ਸੀ। ਮੈਂ ਬੈਂਟੇ ਬੂੰਟੇ ਖੇਲਣਾ, ਉਹ ਸਾਰੇ ਸੱਚੀ ਹੱਸਣ ਦੇ ਕਿ ਮੇਰੇ ਦੀ ਹੱਸਣ ਦੇ ਉਹ ਸਾਰੇ ਤਾਂ ਦੱਸੋ ਹੱਸ ਰਿਹਾ। ਮੈਂ ਤੈਨੂੰ ਦੱਸਦਾ ਬੜਾ ਯਾਰ ਯਾਰ ਕੀ ਸਾਰੇ ਯਾਰ ਨਿੱਕੇ ਹੁੰਦੇ ਨਾ ਮੈਨੂੰ ਗੋਲੀਆਂ ਦਾ ਬੜਾ ਸ਼ੌਂਕ ਸੀ, ਠੀਕ ਆ ਨਾ। ਮੈਂ ਜਦੋਂ ਜਿੱਤ ਲੈਣੀਆਂ ਜਾਂ ਜਦੋਂ ਮੈਂ ਹੱਸ ਜਾਣਾ ਤੇ ਅਗਲੇ ਨੂੰ ਕੁੱਟ ਕੇ ਨਾ ਉੱਤੇ ਖੋ ਕੇ ਭੱਜਿਆ ਮੈਂ ਕਦੇ। ਹਾਂ ਨਾਲੇ ਨਾ ਮੈਂ ਡਰਦਾ ਬਹੁਤ ਹੁੰਦਾ ਸੀ, ਹੁਣ ਹੀ ਮੇਰੇ 'ਚ ਦਲੇਰੀ ਆਈ। ਹੁਣ ਜਿਹੜਾ ਵੀ ਆ ਉਹਨੂੰ ਆਪਾਂ ਡਰੀਦਾ ਹੀ ਨਹੀਂ। ਅੱਗੇ ਮੈਂ ਨਿੱਕਾ ਹੁੰਦਾ ਬਹੁਤ ਡਰਦਾ ਸੀ, ਐਵੇਂ ਕਿਸੇ ਨੂੰ ਛੇੜ ਕੇ ਨਾ ਉਹਨੂੰ ਕਹਿੰਦਾ ਜਾ ਜਿਹਨੂੰ ਮਰਜ਼ੀ ਲਿਆ। ਜਦੋਂ 2-3 ਲਿਆਉਂਦਾ ਸੀ ਫਿਰ ਮੈਂ ਕਦੇ ਬੂਹਾ ਲਾ ਲੈਂਦਾ। ਇਹ ਵਾਕਿਆ ਹਕੀਕਤ ਗੱਲ ਹੈ, ਮੈਂ ਤੈਨੂੰ ਕੀ ਝੂਠ ਮਾਰ, ਇਹ ਹਕੀਕਤ ਗੱਲ ਆ। ਮੈਂ ਬੜਾ ਡਰਦਾ ਹੁੰਦਾ ਸੀ। ਜਦੋਂ ਮੇਰੇ ਨਾਲ 4-5 ਜਣੇ ਇਕੱਠੇ ਹੋਏ ਨਾ ਫਿਰ ਨਹੀਂ ਮੈਂ ਡਰਦਾ। ਫਿਰ ਮੈਂ ਆਇਓ ਜਿਹੜਾ ਵੀ ਆ ਜਾਓ। ਜਦੋਂ ਉਹ ਆ ਜਾਂਦੇ ਸੀ 5-6 ਜਣੇ ਫਿਰ ਮੈਂ ਅੱਗੇ ਲਾ ਕੇ ਛੂਟਾਂ ਮਾਰ ਦੇਣੀਆਂ।
ਨਿੱਕੇ ਹੁੰਦੇ ਟਾਇਰ ਵੀ ਬੜੇ ਕਮਾਏ ਆ ਮੋਟਰਸਾਈਕਲਾਂ ਦੇ ਬਾਬਾ ਜੀ ਐਂ ਸਕੂਲੋਂ ਛੁੱਟੀ ਹੋਣੀ ਬੱਚਿਆਂ ਨੂੰ ਨਾਲੋਂ ਕੱਟਾ ਮਾਰ ਕੇ ਅਸੀਂ ਛੋਟੀ ਜਿਹੀ ਇੱਕ ਲੈ ਲੈਣੀ ਐਡੀ ਕਿਤੇ ਕੱਟਾ ਮਾਰ ਕੇ ਜਾਣਾ ਗਾਦਿਆਂ ਦੇ ਵਿੱਚ ਦੀ ਅੱਜ ਬੜਾ ਕੁਝ ਲਵਾਇਆ ਸੀ ਤੇਲ ਪੈਂਦਾ ਸੀ ਉਹਦੇ ਤੇਲ ਭਾਜੀ ਤੁਹਾਡੀ ਕੋਈ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ? ਯਾਦ ਹਾਂਜੀ ਬਈ, ਜ਼ਿੰਦਗੀ ਦਾ ਵਾਕਿਆ ਹੈ ਵਾ ਬਹੁਤ ਹੀ ਫਨੀ। ਛੋਟੇ ਹੁੰਦੇ ਅਸੀਂ ਵੀ ਬੜੇ ਸ਼ਰਾਰਤੀ ਹੁੰਦੇ ਸੀ। ਅਤੇ ਮੈਂ ਨਾ ਭਾਈ ਸਕੂਲ ਪੜ੍ਹਦਾ ਸੀ, ਸਾਡੇ ਸਕੂਲ ਦੇ ਬਾਹਰ ਆਈ ਬਰਾਤ, ਅਤੇ ਮੈਂ ਕਿਹਾ ਵੀ ਭਾਈ ਬਰਾਤ ਲੁੱਟਣੀ ਆ, ਅਤੇ ਟੀਚਰ ਵੀ ਭਾਈ ਜਾਣ ਨਾ ਦੇਵੇ ਬਾਹਰ। ਮੈਂ ਬਾਹਰ ਆਇਆ ਅਤੇ ਬਰਾਤ ਭਾਈ ਉੱਥੇ ਸਕੂਲ ਨਹੀਂ ਦੱਸਿਆ, ਮੈਂ ਬਾਹਰ ਆ ਗਿਆ, ਬਰਾਤ ਲੁੱਟਣ ਲੱਗ ਪਿਆ। ਮੈਨੂੰ ਨਾ ਉੱਥੇ ਇੱਕ ਕੁੜੀ ਬੜੀ ਸੋਹਣੀ ਲੱਗੀ ਉਸਮਾਨ ਭਾਈ, ਅਤੇ ਸ਼ਰਾਰਤੀ ਸੀ। ਮੈਂ ਕਿਹਾ ਇਹਨੂੰ ਛੇੜ ਦਿੰਦਾ, ਮੈਂ ਭਾਈ ਛੇੜ ਦਿੱਤਾ। ਉਹਦੀ ਅੰਮੀ ਨੇ ਵੇਖ ਲਿਆ ਮੈਨੂੰ ਕਿਤੇ ਵੀ ਲੈ ਵੀ ਇਹਨੇ ਮੇਰੀ ਕੁੜੀ ਨੂੰ ਛੇੜਿਆ। ਉਹਦੀ ਮਾਈ ਭਾਈ ਮੇਰੇ ਪਿੱਛੇ ਸੋਟੀ ਲੈ ਕੇ ਲੱਗ ਗਈ। ਮੈਂ ਬਰਾਤ ਤਾਂ ਕਿਹੜੀ ਲੁੱਟਣੀ, ਮੈਂ ਭਾਈ ਭੱਜਾਂ ਸਕੂਲ ਵੱਲ ਨੂੰ, ਸਕੂਲ ਵਾਲੇ ਅੱਗੋਂ ਮੈਨੂੰ ਨਾ ਵੜਨ ਦੇਣ, ਘਰੇ ਮੈਂ ਜਾ, ਮੈਂ ਕਿਹਾ ਮਾਈ ਨੇ ਕੁੱਟਣਾ ਫੜ ਕੇ। ਮੈਂ ਭਾਈ ਬਾਹਰ ਹੀ ਫਿਰਦਾ ਫੁਰਦਾ ਰਿਹਾ, ਉਹ ਬਰਾਤ ਵਾਲੇ ਮੈਨੂੰ ਲੱਭਣ ਵੀ ਮੁੰਡੇ ਨੇ ਕੁੜੀ ਛੇੜੀ ਆ, ਕਿੱਧਰ ਗਿਆ। ਮੈਂ ਭਾਈ ਬਾਹਰ ਹੀ ਫਿਰਦਾ, ਮੈਂ ਭਾਈ ਮਾਈ ਦੇ ਹੱਥੀ ਚਾੜ ਗਿਆ, ਉਹਨੇ ਭਾਈ ਸੋਟੀ ਫੜ ਲਈ, ਮੈਨੂੰ ਕੁੱਟਿਆ। ਮੈਂ ਅੱਗੋਂ ਭਾਈ ਗਾਲਾਂ ਕੱਢੀਆਂ ਉਹਨੂੰ। ਮਾਈ ਨੇ ਜਦੋਂ ਮੈਨੂੰ ਗਾਲਾਂ ਕੱਢੀਆਂ ਨਾ, ਵਾਕਿਆ ਥੋੜ੍ਹਾ ਜਿਹਾ ਇੱਦਾਂ ਦਾ ਕਿ ਉਦੋਂ ਨਾ ਸਕੂਲਾਂ ਦੇ ਵਿੱਚ ਬੈਲਟ ਨਹੀਂ ਪਾਈਦੇ ਸੀ, ਉਵੇਂ ਹੀ ਹੁੰਦਾ ਸੀ। ਅਤੇ ਮੈਂ ਭਾਈ ਮਾਈ ਨੇ ਜਦੋਂ ਮੈਨੂੰ ਕੱਢੀਆਂ ਨਾ ਗਾਲਾਂ, ਅਤੇ ਉਹਨੇ ਭਾਈ ਮੇਰੇ ਘਰੇ ਲਾਂਭਾ ਦੇ ਦਿੱਤਾ। ਮੇਰੀ ਮਾਈ ਨੇ ਕੁੱਟਿਆ ਮੈਨੂੰ। ਮੈਂ ਭਾਈ ਸਾਰੀ ਰਾਤ ਘਰ ਹੀ ਨਹੀਂ ਵੜਿਆ, ਮੈਂ ਬਾਹਰ ਰਿਹਾ। ਬਾਹਰ ਉੱਥੇ ਨਾ ਬੁੜੀ ਨੇ ਇੱਕ ਪਟਾਕੇ ਰੱਖੇ ਹੋਏ ਸੀ, ਮੈਂ ਪਟਾਕੇ ਲੈ ਲਏ ਉਹਨਾਂ ਤੋਂ। ਮੈਂ ਪਟਾਕਾ ਇੱਕ ਚਲਾਇਆ, ਪਰੇ ਨੂੰ ਚਲਾ ਗਿਆ, ਇੱਕ ਚਲਾਇਆ, ਉਹਨਾਂ ਦੇ ਘਰ ਡਿੱਗ ਪਿਆ। ਉਹਨਾਂ ਦੇ ਘਰ ਭਾਈ ਅੱਗ ਲੱਗ ਗਈ। ਮੇਰਾ ਕੋਈ ਹਾਸਾ ਮਜ਼ਾਕ ਵਾਲਾ ਹੈ ਹੀ ਨਹੀਂ ਸਿਸਟਮ, ਤੁਸੀਂ ਹੱਸਦੇ ਨਹੀਂ ਪਏ ਯਾਰ। ਜਨਾਬ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ ਦੱਸੋ। ਕੋਈ ਨਹੀਂ ਭਾਈ ਮੇਰੀ ਜ਼ਿੰਦਗੀ ਦਾ ਬਹੁਤ ਲੰਮਾ ਵਾਕਿਆ, ਬਹੁਤ ਸਮਝ ਨਹੀਂ ਆ ਰਹੀ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਨਾ ਸ਼ੁਰੂ ਕਰਾਂ। ਨਹੀਂ, ਉਦੋਂ ਗਾਡਰ ਪਾ ਦਿੰਦੇ ਸੀ, ਜਿਹੜੀ ਵੱਡੀ ਛੱਤ ਹੁੰਦੀ ਸੀ ਨਾ, ਉੱਥੇ ਮੇਰੀ ਮਿਸਾਲ ਪਾ ਦਿੰਦੇ ਸੀ ਵੀ ਐਡੀ ਲੰਮੀ ਆ। ਗੱਲ ਬਹੁਤ ਲੰਮੀ ਹੁੰਦੀ ਸੀ ਨਾ, ਗੱਲਾਂ ਨੇ ਲੈਂਟਰ ਪਾ ਦਿੰਦੇ ਸੀ। ਔਰ ਇਸੇ ਵਾਸਤੇ ਤਾਂ ਹੁਣ ਮੈਂ ਸੁਣਾਉਂਦਾ ਨਹੀਂ। ਸਰਦੀਆਂ ਦੀਆਂ ਰਾਤਾਂ ਨਿੱਕੀਆਂ ਹੁੰਦੀਆਂ, ਗਰਮੀਆਂ ਦੀਆਂ ਵੱਡੀਆਂ। ਜੋ ਗਰਮੀਆਂ ਆ ਗਈਆਂ ਨਾ, ਉਦੋਂ ਸੁਣਾਊਂ ਵੱਡੀਆਂ ਵੱਡੀਆਂ ਬਾਤਾਂ ਨਾ ਮੇਰੀਆਂ। ਦਾਨਿਸ਼ ਭਾਈ ਤੁਸੀਂ ਕਿਵੇਂ ਦੁਖੀ ਬੈਠੇ ਹੋ? ਤੁਹਾਡਾ ਕੋਈ ਬੱਕਰਾ ਬੁੱਕਰਾ ਖੋਲ ਕੇ ਲੈ ਗਿਆ? ਬਸ ਕੀ ਦੱਸਾਂ ਤੈਨੂੰ, ਦੁਖੀ ਕਹਾਣੀ ਸਾਡਾ, ਦੁਖੀ ਜ਼ਿੰਦਗੀ 'ਚ ਜੰਮੇ ਅਸੀਂ ਦੁਖੀ ਹਾਂ, ਕੀ ਕਰੀਏ ਦੱਸ। ਕੋਈ ਸ਼ੇਰ ਸੁਣਾ ਦਿਓ ਯਾਰ, ਕੋਈ ਹਸੀ ਦੁਖੀ ਆ। ਸੱਜਣ ਸਾਨੂੰ ਭੁੱਲ ਗਏ ਨੇ, ਨਵੇਂ ਹੀ ਕੱਟੇ ਖੁੱਲ ਗਏ ਨੇ। ਸੱਜਣ ਸਾਨੂੰ ਭੁੱਲ ਗਏ ਨੇ, ਨਵੇਂ ਹੀ ਕੱਟੇ ਖੁੱਲ ਗਏ ਨੇ। ਦਾਨਿਸ਼ ਭਾਈ ਕੀ ਕਹਿਤਾ? ਕਿਆ ਬਾਤ ਹੈ। ਦੁੱਖ ਸਾਫ਼ ਝਲਕਦਾ ਪਿਆ। ਦੁੱਖ ਦੀਆਂ ਤਾਂ ਤੁਸੀਂ ਬੋਰੀਆਂ। ਬੜਾ ਦੁਖੀ ਜੇ, ਕਿੰਨੇ ਕੁ ਰੁਪਈਏ ਮਨ ਵੇਚਣਾ ਤੁਸੀਂ ਦੁੱਖ? ਬੜਾ ਦੁਖੀ ਜੇ ਯਾਰ, ਫੜ ਲਾ ਬੜਾ ਦੁਖੀ ਜੇ। ਸੱਜਣ ਸਾਨੂੰ ਭੁੱਲ ਗਏ ਨੇ, ਓਏ ਹੋਏ ਹੋਏ, ਨਵੇਂ ਹੀ ਕੱਟੇ ਖੁੱਲ ਗਏ ਨੇ। ਸੱਜਣ ਸਾਨੂੰ ਭੁੱਲ ਗਏ ਨੇ, ਕਿਆ ਬਾਤ, ਨਵੇਂ ਕੱਟੇ ਖੁੱਲ ਗਏ ਨੇ। ਵਾਹ ਬਈ ਕਿਆ ਬਾਤ ਹੈ, ਕਿਆ ਬਾਤ। ਕਤਲ ਹੀ ਕਰ ਛੋੜੇ। ਸਾਡੀ ਗਲੀ 'ਚ ਦੇਗ ਵੰਡੀ, ਸਾਡੀ ਗਲੀ 'ਚ ਦੇਗ ਵੰਡੀ, ਸਾਨੀ ਚੌਲ ਦੇਣਾ ਭੁੱਲ ਗਏ ਨੇ। ਨਵੇਂ ਕੱਟੇ ਖੁੱਲ ਗਏ ਨੇ, ਨਵੇਂ ਕੱਟੇ ਖੁੱਲ ਗਏ ਨੇ। ਕਿਆ ਬਾਤ ਹੈ, ਕਿਆ ਬਾਤ। ਅੱਛਾ, ਇਸ਼ਕ ਦੇ ਬਾਰੇ ਅਸੀਂ ਸੁਣਿਆ ਸੀ, ਇਸ਼ਕ ਕਰਕੇ ਅਸੀਂ ਰੁੱਲ ਗਏ ਨੇ, ਨਵੇਂ ਕੱਟੇ ਖੁੱਲ ਗਏ ਨੇ। ਕਿਆ ਬਾਤ ਹੈ, ਕਿਆ ਬਾਤ। ਮੇਰੀ ਤੇ ਕੱਛਾਂ ਵੀ ਰੋਣ ਲੱਗ ਪਈਆਂ ਤੇਰਾ। क्या दम है तेरी आवाज में छोरे, वाह। और गा ਕੀ ਗਾਵਾਂ, ਕੀ ਕੋਈ ਇੱਕਦਮ ਦਾ ਗਾਣਾ ਸੁਣਾਵਾਂ? ਗਾਣਾ ਸੁਣਾ ਦਿਓ ਜੀ। यार आज यार करा ਕੋਈ ਤੁਹਾਡੇ 'ਚ ਕੋਈ ਟੈਲੈਂਟ ਹੈ, ਕੋਈ ਆਵਾਜ਼ ਦਾ ਕੋਈ ਟੈਲੈਂਟ, ਕੋਈ ਗਾਣਾ ਸੁਣਾਓ ਉਸ ਆਵਾਜ਼ ਦੇ ਵਿੱਚ। हम तेरे शहर में आए हैं बुखारी की तरह। ਕਿਸकी ਤਰ੍ਹਾਂ? ਬੁਖਾਰੀ ਕੀ ਤਰ੍ਹਾਂ। ਕਿਹੜਾ ਨਾਸਰ? ਆ ਜਿਹੜਾ ਮੰਗਣ ਵਾਲਾ, ਉਹ ਕੀ ਉਹਨੂੰ ਕਹਿੰਦੇ? ਬਕਾਰੀ ਕੀ ਤਰ੍ਹਾਂ। बुखारी की तरह जो मेरा रात का मौका दे दो, हम तेरे शहर में आए हैं।
ਇਹਦਾ ਮਤਲਬ ਕਿ ਜੁਮੇਰਾਤ ਵਾਲੇ ਦਿਨ ਬਕਾਰੀ ਆਂਦੇ ਆ, ਤੁਸੀਂ ਵੀ ਜੁਮੇਰਾਤ ਦਾ ਮੌਕਾ ਲੱਭ ਰਹੇ ਹੋ ਹੈ। ਤੁਸੀਂ ਕੋਈ ਸ਼ੇਰ ਸੁਣਾਉਣਾ ਚਾਹੋਗੇ? ਕੋਈ ਨਹੀਂ ਹੈ ਉਸਮਾਨ ਭਾਈ ਸ਼ੇਰ ਤੇ ਕੋਈ ਗਾਣਾ? ਸ਼ੇਰ ਹੈਗਾ ਸੀ ਇੱਕ, ਲੇਕਿਨ ਉਹ ਰਾਤੀ ਯਾਰ ਸਰਕਸ ਵਾਲੇ ਚੁੱਕ ਕੇ ਲੈ ਗਏ। ਉਹਨਾਂ ਨੂੰ ਚਾਹੀਦਾ ਜੀ ਉਹਨਾਂ ਦਾ ਸ਼ੇਰ ਕਿਰਾਏ ਤੇ ਅੱਗੇ ਚਲਾ ਗਿਆ, ਉਹ ਮੇਰਾ ਸ਼ੇਰ ਚੁੱਕ ਕੇ ਲੈ ਗਏ ਰਾਤੀ। ਤੁਸੀਂ ਸਰ ਕੋਈ ਸ਼ੇਰ ਸੁਣਾਓਗੇ? ਨਹੀਂ ਕੋਈ ਸ਼ੇਰ। ਚੱਲ ਲੰਮੇ ਵਾਲ ਨੇ ਟਿੰਡ ਵਰਗੇ ਸੁਣਾ ਦੇ ਯਾਰ, ਲੰਮੇ ਵਾਲ ਕਿ ਲੰਮੇ ਵਾਲ ਨੇ ਟਿੰਡ ਵਰਗੇ। ਲੰਮੇ ਵਾਲ ਨੇ ਟਿੰਡ ਵਰਗੇ। ਇੰਨੇ ਲੰਬੇ ਹਾਂ, ਇੰਨੇ ਲੰਬੇ ਮੁੱਦਤਾਂ ਹੀ ਹੋ ਗਈਆਂ ਕਿ ਹਾਂ, ਮੁੱਦਤਾਂ ਹੀ ਹੋ ਗਈਆਂ, ਸਾਲ ਹੋ ਗਿਆ ਵਾਲ ਕਟਾਏ ਨੂੰ। ਹੈ ਉਹ ਚਾਚਾ ਕੁੱਬੇ ਨੂੰ ਰੱਖਿਆ ਹੋਇਆ ਵਾਲ ਵੋਨ ਨੂੰ। ਲੰਮੇ ਵਾਲ ਨੇ ਟਿੰਡ ਵਰਗੇ, ਮੇਰੇ ਮਾਈਏ ਨੂੰ ਆਖੇ ਹਾਏ 2 ਬਤਖਾਂ ਲਈ ਆਵੇ। ਦੁੱਖੀ ਸ਼ੇਰ ਹੈ, ਬੜਾ ਦੁੱਖੀ ਸ਼ੇਰ ਹੈ ਯਾਰ। ਬੱਤਕਾ ਕੋਲੋਂ ਤੁਸੀਂ ਵਾਲ ਧਵਾਉਣੇ ਆ ਕਿ ਵਵਾਉਣੇ ਆ? ਉਹ ਨਹੀਂ ਉਹਨਾਂ ਦੇ ਪਿੱਛੇ ਰੱਖ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਧੋਣੇ ਆ। ਮੈਂ ਕਿ ਨਹੀਂ ਤਾਂ ਕੱਟ ਕੇ ਉੱਤੇ ਰਾਤ ਦਿਓ ਵੇਚ ਆਉਣਗੇ, ਬਿਜਲੀ ਦਾ ਬਿੱਲ ਬਹੁਤ ਆਇਆ, ਤਾਰ ਲਿਓ। ਯਾਰ ਕਿਹਦੇ ਟਿੰਡ ਵਰਗੇ ਵਾਲ ਹੁੰਦੇ ਆ? ਮੈਨੂੰ ਪਹਿਲਾਂ ਤੂੰ ਦੱਸ, ਟਿੰਡ ਵਰਗੇ ਕਿਹਦੇ ਹੈ? ਟਿੰਡ ਵਰਗੇ ਕਿਹਦੇ? ਯਾਰ ਬਤੀਰੀ ਵਰਗੀ ਹੋ ਯਾਰ ਟਿੰਡ ਵਰਗੇ ਤਾਂ ਦੱਸ ਪਹਿਲਾਂ। ਉਹ ਯਾਰ ਖੇਤ ਜਿਵੇਂ ਨਿੱਕੇ ਨਿੱਕੇ ਉਹ ਘਾਹ ਵਰਗੇ ਉੱਗਰਦੇ ਐ। ਇਹ ਕੀ ਦੁੱਖੀ ਸ਼ੇਰ ਸੀ ਕਿ ਤੂੰ ਗੱਲ ਸੁਣਾਈ ਕੋ ਹੈ? ਇਹ ਦੁੱਖੀ ਕੋਈ ਸ਼ੇਰ ਸੀ ਕਿ ਗੱਲ? ਦੁੱਖੀ ਸ਼ੇਰ ਆਪਣੇ ਕੋਲ ਨਹੀਂ ਹੈਗਾ, ਦੁੱਖੀ ਸ਼ੇਰ ਸਿਰਫ ਜੰਗਲਾਂ 'ਚ ਮਿਲਦੇ ਨੇ। ਹਾਏ ਯਾਰ ਬਾਬਾ ਕੀ ਕਹਿੰਦਾ ਤੇ ਸ਼ੇਰ ਨਹੀਂ ਰੋਟੀਆਂ ਜੁੜਿਆ। ਉਹ ਬਾਰੀ ਬੱਸੀ ਖਟਣ ਗਿਆ ਸੀ, ਖਟ ਕੇ ਲਿਆਂਦੀ ਖੰਡ। ਉਹ ਤੁਹਾਡੀ ਭੈਣ ਨੂੰ ਇੰਨੀ ਲੱਗਦੀ ਠੰਡ। ਪੁਰਾਣੇ ਵਕਤਾਂ ਦੀ ਗੱਲ ਆ, 1970 ਦੀ। ਨਹੀਂ ਯਾਰ ਹੁਣ ਦੀ ਗੱਲ ਆ, ਥੋੜੇ ਚਿਰਾਂ ਦੀ ਜਾਂ 2 ਦਿਨਾਂ ਦੀ ਗੱਲ। ਨਹੀਂ ਓਏ ਉਹਦਾ ਜਦੋਂ ਨਵੇਂ ਨਿੰਬੂ ਚੱਲੇ ਸੀ, ਮੈਂ ਕਿਹਾ ਦਾਨਿਸ਼ ਭਾਈ ਉਦੋਂ ਦੇ ਗੱਲ ਸੁਣਾ ਰਹੇ ਜਦੋਂ ਨਵੇਂ ਨਿੰਬੂ ਚੱਲੇ ਸੀ। ਯਾਰ ਗੱਲ ਮੈਨੂੰ ਚੇਤਾ ਟਾਇਰ ਵਾਲੇ ਸਾਈਕਲ ਚੱਲਦੇ ਹੁੰਦੇ ਸੀ। ਉਹ ਬਸ ਕਰ। ਇੱਕ ਟਾਇਰ ਵਾਲੇ ਸਾਈਕਲ ਚੱਲਦੇ ਹੁੰਦੇ ਸੀ। ਇੱਕ ਟਾਇਰ ਵਾਲੇ ਸਾਈਕਲ। ਉਹਦੇ ਦਾਦੇ ਕੋਲ ਨਵਾਂ ਮੋਬਾਈਲ ਆਇਆ ਸੀ ਤੇ ਸਾਰੇ ਇਹਦੇ ਦਾਦੇ ਕੋਲ ਹੀ ਆਉਂਦੇ ਸੀ ਫੋਨ ਸੁਣਨ ਵਾਸਤੇ। ਅਸੀਂ 1-2 ਵਾਰੀ ਅਸੀਂ ਵੀ ਗਏ ਸੀ, ਮਗਰ ਇਹਦਾ ਦਾਦਾ ਮਸਰੂਫ ਹੁੰਦਾ ਸੀ। ਉਦੋਂ ਭਾਈ ਉਦੋਂ ਸਿੰਮਾਂ ਨਹੀਂ ਹੁੰਦੀਆਂ ਸੀ, ਉਹਦਾ ਜਿਹੜੀ ਬੁੜੀ ਬੋਲਦੀ ਨੇ ਡਾਇਰੈਕਟ ਜਾ ਕੇ ਕਹਿ ਕੇ ਆਉਂਦੀ ਸੀ, ਉਦੋਂ ਦੀ ਗੱਲ ਕਰ ਰਿਹਾ ਹੈ। ਇਹਨਾਂ ਮੋਬਾਈਲ ਚੱਲੇ ਸੀ ਨਾ, ਤੇ ਵਿੱਚ ਇਹਨੇ ਇਹਦੇ ਦਾਦੇ ਨੇ ਕਾਲ ਮਰਾਈ ਤੇ ਵਿੱਚ ਕੰਪਨੀ ਦੀ ਆਈ, ਆਪਕਾ ਨੰਬਰ ਮਸਰੂਫ ਆ, ਤੇ ਉੱਚੀ ਰੌਲਾ ਪਾ ਕੇ ਉਹ ਵਿੱਚ ਬੁਰੀ ਬੋਲਣ ਦੀ ਆ, ਵਿੱਚ ਬੁਰੀ। ਤੈਨੂੰ ਇਹ ਵੀ ਨਹੀਂ ਪਤਾ, ਪਹਿਲਾ YouTube ਚੈਨਲ ਮੇਰੇ ਦਾਦੇ ਦਾ ਹੀ ਸੀਗਾ। ਉਹ ਦਾਦੀ ਦਾ ਤੇਰੀ ਰਿਕਾਰਡਿੰਗ ਕੀਤੀ ਸੀਗੀ, ਯਾਦ ਆ? ਇਹ ਉਦੋਂ ਦੀ ਗੱਲ ਕਰ ਰਿਹਾ ਵਾ ਜਦੋਂ ਬੰਦੇ ਦਾੜੀ ਵੀ ਕਈ ਨਾਲ ਮੁੰਦੇ ਹੁੰਦੇ ਸੀ। ਉਦੋਂ ਤੱਕ ਚਮਚੀਆਂ ਨਾਲ ਚੌਲ ਵੰਡਦੇ ਸੀ ਦੇਗਾਂ ਚੋਂ ਕੱਢ ਕੇ। ਇਦਾਂ ਹੀ ਸੀ ਨਾ। ਇਹਦਾ ਦਾਦਾ ਨਿੱਕਾ ਹੁੰਦਾ ਬੈਂਟੇ ਖੇਡਦਾ ਸੀ, ਕਹਿੰਦੇ ਬੋਤਲਾਂ ਲੱਦੀਆਂ ਹੋਈਆਂ ਸੀ, ਤੇ ਹੁਣ ਤੱਕ ਅਜੇ ਉਹਦੇ ਨਾਲ ਖੇਡਦਾ ਹੁੰਦਾ, ਏਡੇ ਬੈਂਟੇ ਉਹਨਾਂ ਦੇ। ਜਦੋਂ ਕੱਢਦਾ ਨਾ ਕਹਿੰਦਾ। ਇਹ ਉਦੋਂ ਦੀ ਗੱਲ ਕਰ ਰਿਹਾ ਜਦੋਂ ਲਾਲਟਨਾਂ ਨਾਲ ਸਾਲਣ ਪਕਾਉਂਦੇ ਹੁੰਦੇ ਸੀ, ਅੱਗ ਦਾ ਪਤਾ ਹੀ ਕੁਝ ਨਹੀਂ ਹੁੰਦਾ ਸੀ। ਲਾਲਟਨ ਨਾਲ ਉਦੋਂ 25-30 ਦਿਨ ਬਿਜਲੀ ਵੀ ਨਹੀਂ ਆਉਂਦੀ ਸੀ, ਤੇ ਜਿੱਥੇ ਬੈਠੇ ਰਹਿਣਾ ਉੱਥੇ ਹੀ ਬੈਠੇ ਰਹਿੰਦੇ ਸੀ 25-30 ਦਿਨ। ਹਾਂ ਪੁਰਾਣੇ ਵਕਤਾਂ ਦੀ ਗੱਲ ਆ। ਤੇ ਹਲੋ ਇਹਦਾ ਦਾਦਾ ਅੱਜ ਕੱਲ੍ਹ ਹਲਵਾ ਨਹੀਂ ਖਾਧਾ ਜਾਂਦਾ, ਨਾ ਪਾਈਆ ਵੀ ਨਹੀਂ ਸਾਰਿਆਂ ਤੋਂ ਟੱਬਰ ਤੋਂ ਖਾਧਾ ਜਾਂਦਾ। ਇਹਦਾ ਦਾਦਾ ਜਿਹੜਾ 5-5 ਕਿਲੋ ਖਾ ਜਾਂਦਾ ਸੀ, ਕਿਸੇ ਦੇ ਘਰੇ ਜਾਂਦਾ ਸੀ ਤੇ ਅੱਧਾ 3-3 ਕਿਲੋ ਹਲਵਾ ਖਾ ਜਾਂਦਾ ਸੀ। ਅੱਛਾ ਇਹ ਵੀ ਗੱਲ ਹੈ ਨਾ, ਅੱਜ ਕੱਲ੍ਹ ਅਸੀਂ ਮਿਸਤਰੀ ਆ ਨਾ, ਕੰਮ ਕਰੀਦਾ, ਤੇ ਉਹ ਬਾਬੇ ਇਹਦੇ ਦਾਦੇ ਇਹਨਾਂ ਦੇ ਅਸੀਂ ਕੰਮ ਕੀਤਾ ਤੇ ਦਾਦਾ ਟੱਕਰ ਗਿਆ, ਕਹਿੰਦਾ ਯਾਰ ਤੁਸੀਂ ਤਾਂ ਕੰਮ ਹੀ ਨਹੀਂ ਕਰਦੇ, ਜਦੋਂ ਅਸੀਂ ਕਰਦੇ ਸੀ ਨਾ ਐਡੀਆਂ ਇੱਟਾਂ ਹੁੰਦੀਆਂ ਸੀ। ਮੈਂ ਕਿਹਾ ਦਾਦਾ ਉਹ ਤੁਸੀਂ ਖਾਣੇ ਵੀ ਬਹੁਤ ਸੀ, ਦੇਗਾਂ ਦੀਆਂ ਦੇਗਾਂ ਖਾ ਜਾਂਦੇ ਸੀ। ਮੈਂ ਕਿਹਾ ਤੁਸੀਂ ਸ਼ਹਿਰੀ ਟਾਈਮ ਸੁਬਾਹ ਦਾ ਨਾਸ਼ਤਾ ਤੁਹਾਡਾ 3 ਦੇਗਾਂ ਹੁੰਦੀਆਂ ਸੀ, ਸੁਬਾਹ ਲਿਥਣੀਆਂ ਹੁੰਦੀਆਂ ਸੀ। ਅੱਛਾ ਖਾਂਦਾ ਇੰਨਾ ਸੀ ਦਾਦਾ, ਇਹਦਾ ਸੀ ਚੀਚੀ ਵਰਗਾ। ਉਹ 3 ਵਾਰੀ ਇਹਨੂੰ ਕੋਠੇ ਤੇ ਖੜਾ ਨੇੜੀ ਆਈ ਤੇ 3 ਵਾਰੀ ਨਾਲ ਤੇ ਕਦੋਂ ਚੱਕ ਲਿਆਂਦਾ ਹੁੰਦਾ ਸੀ, ਨਹਿਰਾਂ ਕੱਢੀਆਂ। ਇਹਦਾ ਦਾਦਾ ਵੇਖ ਕੇ ਤਾਂ ਸਾਰਾ ਦੁਨੀਆ ਬਣੀ। ਇਹਦਾ ਦਾਦੇ ਦਾ ਮੂੰਹ ਇੰਝ ਸੀ ਜਿਵੇਂ ਨਾਈ ਦਾ ਉਸਦਾ ਹੁੰਦਾ। ਦਾਦਾ ਐਡਾ ਤਿੱਖਾ ਸੀਗਾ, ਜਦੋਂ ਮਰਿਆ ਨਾ ਉਹਨਾਂ ਨੇ ਮੰਜੀ ਤੇ ਪਾਇਆ ਤੇ ਵਿੱਚੋਂ ਵਾਣ ਟੁੱਟ ਗਿਆ, ਭਾਈ ਥੱਲੇ ਆ ਗਿਆ। ਉਹਨਾਂ ਨੇ ਕਿਹਾ ਕਿ ਕਹਿੰਦੇ ਦਾਦਾ ਬਹੁਤ ਤਿੱਖਾ ਹੀ ਵਾਣ ਲਿਆ, ਉਹਨੇ ਭਾਈ ਕੱਟਤਾ। ਹੁਣ ਲੋਕਾਂ ਦੇ ਦਾਦੇ ਮਰਦੇ ਤੇ ਮੰਜੀਆਂ ਤੇ ਲੈ ਕੇ ਆਉਂਦੇ, ਜਦੋਂ ਇਹਦਾ ਦਾਦਾ ਮਰਿਆ ਉਹਨੇ ਲੱਤ ਨੂੰ ਰੱਸਾ ਪਾ ਕੇ ਲੈ ਕੇ ਗਏ ਤੇ ਮੋਢੇ ਤੇ ਰੱਖ ਕੇ। ਉਹਦਾ ਕਬਰਾਂ ਨਹੀਂ, ਹੁਣ ਤਾਂ ਕਬਰਾਂ ਚ ਦਫਨਾਉਂਦੇ ਨਾ। ਇਹਦਾ ਦਾਦੇ ਨੂੰ ਪਤਾ ਕਿੱਥੇ ਸਿੱਟਿਆ, ਵਾਹਨ ਚ, ਜਿਵੇਂ ਮੱਝਾਂ ਸਿੱਟੀ ਦੀਆਂ।
ਫਿਰ ਵੀ ਇਹਦਾ ਦਾਦਾ ਭਾਈ ਜਦੋਂ ਫੌਤ ਹੋਇਆ ਨਾ ਉਹਨਾਂ ਨੇ ਵਿਚਾਰ ਕਬਰ 'ਚ ਪਾਤਾ। ਉਹ ਜੋ ਹਿਸਾਬ ਲੈਣ ਵਾਲੇ ਆਏ ਨਾ ਫਰਿਸ਼ਤਿਆਂ ਦੇ ਅੱਗੇ ਲਾ ਕੇ ਭੱਜ ਪਿਆ। ਉਹ ਵੇਖਿਆ ਭਾਈ ਕਬਰ ਇੱਕ ਦਿਨ ਉਹ ਖੁੱਲੀ ਪਈ, ਵੇਖਿਆ ਕਿ ਐਡਾ ਕਿਸਰਾ, ਕਹਿੰਦੇ ਦਾਦਾ ਤਿੱਖਾ ਹੀ ਨਿਕਲ ਗਿਆ। ਉਹ ਤੂੰ ਜਾ ਕੇ ਵੇਖਿਆ ਉਹ ਵੀ ਟੋਇਆ ਪਿਆ ਸਿੱਧੀ ਸਿੱਧੀ ਜਿਵੇਂ ਖਾਲੀ ਨਹੀਂ ਹੁੰਦੀ ਐਵੇਂ, ਕਹਿੰਦੇ ਦਾਦਾ ਤਿੱਖਾ ਹੀ ਵਿੱਚੋਂ ਦੀ ਲੰਘਦਾ ਗਿਆ। ਪੁਰਾਣੇ ਦੌਰ 'ਚ ਉਹ ਚੱਲਦੀਆਂ ਸੀਗੀਆਂ ਉਹ ਕੀ ਕਹਿੰਦੇ ਆ ਹੁਣ ਚੱਲ ਰਹੀਆਂ ਜਿਵੇਂ ਉਹ ਯਾਰ ਕਰੇਨਾ ਜਾਂ ਟਰਪੈਨਾ ਜਾਂ ਉਹ ਮੱਕੀ ਮੁੱਕੀ ਵੱਢਣ ਨੂੰ ਯਾਰ ਕੀ ਕਹਿੰਦੇ ਆ ਕਿਹੜੀ ਮਸ਼ੀਨ ਅੱਗੇ ਦਾ ਹੁੰਦੀ? ਦਾਦਾ ਚੱਲਦਾ ਸੀ। ਅੱਗੇ ਦਾ ਦਾਦਾ ਚੱਲਦਾ ਹੁੰਦਾ ਸੀ, ਦਾਦੇ ਨੂੰ ਐ ਘੁਮਾ ਜਾਂਦੇ ਸੀ ਨਾ ਫੁੱਲ ਫਿਰਕੀ ਜਿਵੇਂ ਚੱਕਰ ਆ ਜਾਂਦੇ ਉਹ ਬੁੜੀਆਂ ਐ ਫੜ ਕੇ ਕਰਦੀਆਂ, ਇਹਦੇ ਦਾਦੇ ਨੂੰ ਚਲਾ ਜਾਂਦੇ ਸੀ। ਇਹ ਦੋਵੇਂ ਇਹਦੇ ਦਾਦੇ ਖੇਲਦੇ ਤੇ ਮਰ ਗਏ। ਹੁਣ ਤਾਂ ਪਤਾ ਲੱਗ ਗਿਆ ਨਾ 10 ਦਿਨਾਂ ਬਾਅਦ ਇਹਦਾ ਦਾਦੇ ਦਾ ਪਤਾ ਲੱਗਿਆ ਤੇ ਬਹੂ ਆਈ ਤੇ ਉਦੋਂ ਪਤਾ ਲੱਗਿਆ ਕਿ ਇਹਨਾਂ ਦਾ ਦਾਦਾ ਮਰ ਗਿਆ। ਇਹਨਾਂ ਦਾ ਦਾਦਾ ਜਿਹੜਾ ਸੀ ਨਾ ਮਰ ਗਿਆ ਯਾਰ, ਛੱਡ ਦੇ ਹੁਣ ਉਹ ਦਾਦਾ ਜਦੋਂ ਮਰਿਆ ਨਾ, ਗੱਲ ਸੁਣ, ਹੁਣ ਦਾਦਾ ਮਰ ਗਿਆ, ਹੁਣ ਤੇਰਾ ਦਾਦਾ ਹੀ ਮਰਿਆ ਉਹ ਨਹੀਂਗਾ। ਬਾਅਦ ਚੋਂ ਜਦੋਂ ਉਹਦਾ ਦਾਦੇ ਨੂੰ ਨਾ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਇਹਦਾ ਦਾਦਾ ਕੋਲ ਦੀ ਲੰਘਿਆ ਤ੍ਰਿਸ਼ਮਾ ਜਾਂ ਫਿਰ ਗਿਆ ਲੱਕ ਤੇ ਉਹਨੂੰ ਬਲੱਡ ਲੋਸ ਹੋ ਗਿਆ, ਮਰ ਗਿਆ। ਇਹਦੇ ਦਾਦੇ ਨੂੰ ਨਾ ਫ੍ਰੀ ਵੀਜ਼ਾ ਮਿਲਿਆ ਹੀ ਬਾਹਰ ਦਾ ਅੰਗਰੇਜ਼ਾਂ ਕੋਲੋਂ। ਉਹ ਪੁੱਛ ਕਿਉਂ? ਉਹਨਾਂ ਨੇ ਡਰਿੱਲ ਬਣਾਉਣੀ ਸੀ ਇਹਦੇ ਦਾਦੇ ਨੂੰ ਪਹਿਲੇ ਅੱਗੇ ਲਾਇਆ, ਤਿੱਖਾ ਬਹੁਤ ਸੀ ਨਾ, ਉਹਨਾਂ ਨੇ ਉਹਦਾ ਫਾਇਦਾ ਲਿਆ ਵੀ ਸਰਾਖ ਮਾਰਨ ਵਾਸਤੇ ਕਿੱਦਾਂ ਦੀ ਸਹੀ ਰਹੂਗੀ। ਇਹਦੇ ਦਾਦੇ ਵੱਲ ਵੇਖ ਕੇ ਉਹਨਾਂ ਨੇ ਵਰਵੇਂ ਬਣਾਏ ਆ। ਓਏ ਇਹਦਾ ਦਾਦਾ ਹਵਾ ਨੂੰ ਚੀਰ ਜਾਂਦਾ ਸੀ ਨਾ ਜੋ ਬਾਜ਼ਾਂ 'ਚ ਵੱਜਦਾ ਸੀ, ਇਹਨੂੰ ਵੇਖ ਕੇ ਇਹਦੇ ਦਾਦੇ ਨੂੰ ਵੇਖ ਕੇ ਤੇ ਜਹਾਜ਼ ਦਾ ਇਨਵੈਂਸ਼ਨ ਹੋਇਆ ਕਿ ਹਵਾ ਨੂੰ ਚੀਰ ਸਕੇ। ਹਾਂ ਇਹਦੇ ਦਾਦੇ ਨੂੰ ਉਹਨਾਂ ਨੂੰ ਪਰ ਭਲਾ ਕਿਉਂ ਲਾਇਆ? ਦੂਰ ਗਿਆ ਇਹਦਾ ਦਾਦਾ ਭਾਈ ਆ ਡਰਿੱਲਾਂ ਦੇ ਇਹ ਉਹ ਇਹਦੇ ਦਾਦੇ ਨੂੰ ਵੇਖ ਕੇ ਉਹਨਾਂ ਨੇ ਬਣਾਈਆਂ। ਆ ਜਦੀ ਜਿਹੜੇ ਖਰਗੋਸ਼ ਆ ਇਹਨਾਂ ਨੇ ਕਿਵੇਂ ਖੁੱਡਾ ਬਣਾਉਣੀਆਂ ਸਿੱਖੀਆਂ ਤੇ ਦਾਦੇ ਤੋਂ ਸਿੱਖੀਆਂ। ਇਹਦੇ ਦਾਦੇ ਦੇ ਸ਼ਾਗਿਰਦ ਆ ਜਦੇ ਪੇਲ ਵਾਲੀਆਂ ਗੋਲੀਆਂ ਖੇਲਦੇ ਆ ਪੇਲੇ ਦੇ ਦਾਦੇ ਦਾ ਮੂੰਹ ਵੇਖ ਕੇ ਬਣਾਈ ਸੀ ਡੂੰਗੀ ਕਰਕੇ। ਉਹ ਇੱਕ ਦਿਨ ਮੈਂ ਇਹਦਾ ਦਾਦਾ ਵੇਖ ਤੇ ਦਾਦੇ ਦੇ ਇੱਥੇ ਮੂਲਾ ਹੋਇਆ ਤੇ ਉਹਨਾਂ ਦੇ ਬੱਚਿਆਂ ਨੇ ਵੇਖਿਆ ਕਿ ਤਾਂ ਦਾਦਾ ਵੇਖ ਕੇ ਤਾਂ ਪਿੱਲ ਬਣੀ ਉਹ ਵਿੱਚ ਗੋਲੀਆਂ ਸਿੱਟਣ ਵਾਸਤੇ। ਭਾਈ ਇੱਕ ਦਿਨ ਨਾ ਮੈਂ ਵੇਖਿਆ ਵੱਡਾ ਹੋਟਲ ਨਹੀਂ ਬਣੇ ਜਿਹੜੇ ਆਪਣੇ ਹਨਾ ਉਹਨਾਂ ਦਾ ਜਿਹੜਾ ਜਿਹਨੇ ਨਵਾਂ ਹੋਟਲ ਆਜ਼ਾਦ ਕੀਤਾ ਸੀ, ਉਹ ਰੋਟੀਆਂ ਲਾਉਣੀਆਂ ਤੰਦੂਰ 'ਚ ਇਹਦੇ ਦਾਦੇ ਨੂੰ ਲੈ ਗਿਆ ਸੀ। ਪਹਿਲੇ ਦਿਨ ਹੋ ਗਏ ਚਿਮਟੀਆਂ ਹੀ ਨਹੀਂ ਹੁੰਦੀਆਂ, ਇਹਦੇ ਦਾਦੇ ਦੇ ਮੂੰਹ ਵੱਲੀ ਵੇਖ ਕੇ ਬਣਾਈਆਂ ਤਿੱਖੀ, ਚੱਲ ਰੋਟੀ ਲਾ ਦੇਗਾ। ਇਹਦੇ ਦਾਦੇ ਨੂੰ ਕੋਲ ਭਾਇਆ ਸੀ। ਆ ਜਿਹੜੇ ਟੋਲ ਵੱਜਦੇ ਆ ਵਿਆਹਾਂ ਤੇ, ਉਹ ਟੋਲ ਦੇ ਅੱਗੇ ਨਹੀਂ ਜਦ ਲੱਗੇ ਹੁੰਦੇ ਤਾਂਬੇ ਜੇ, ਉਹ ਇਹਦਾ ਦਾਦਾ ਹੀ ਆ। ਦਾਦੇ ਦਾ ਮੂੰਹ ਵੇਖ ਕੇ ਉਹਨਾਂ ਨੇ ਬਣਾਏ ਸੀ ਇੰਜ ਮਾਰਨ ਵਾਲੇ ਜਦ। ਉਹ ਬਾਕੀ ਇੱਕ ਦਿਨ ਜਦੋਂ ਇਹਦੇ ਦਾਦੇ ਦਾ ਵਿਆਹ ਹੋਇਆ ਨਾ ਹਨਾ ਤੇ ਭਾਈ ਗੱਡੀ 'ਚ ਬਹਾ ਦਿੱਤਾ, ਇਹਦੀ ਦਾਦੀ ਜ਼ਖਮੀ ਕਰਤੀ ਉਹਨੇ। ਉਹਦੇ ਤਿੱਖਾ ਸੀ ਨਾ, ਇੱਧਰ ਵੱਜਦਾ ਹੀ ਇੱਧਰਲੀ ਬਾਂਹ ਤੇ, ਇੱਧਰ ਵੱਜਦਾ ਹੀ ਇੱਧਰਲੀ ਬਾਂਹ ਤੇ। ਉਹਨਾਂ ਨੇ ਹਾਰ ਪਾਏ, ਹਾਰ ਟੁੱਟ ਜਾਣ ਭਾਈ। ਉਹ ਮੁੜ ਕੇ ਸੰਗਲ ਲੈ ਕੇ ਆਏ ਉੱਥੇ ਉਹਨਾਂ ਨੇ ਨਾ ਕੱਪੜਾ ਵਾਲ ਕੇ ਸੰਗਲ ਉੱਤੇ ਇਹਦੇ ਦਾਦੇ ਦੇ ਗਲ 'ਚ ਪਾਇਆ ਐਡਾ ਤਿੱਖਾ। ਓਏ ਇਹ ਤੇ ਇਹਨਾਂ ਦਾ ਬਿਜ਼ਨਸ ਹੀ ਬੜਾ ਹੁੰਦਾ ਸੀ। ਉਹ ਜਦੋਂ ਕਹਿੰਦੇ ਨਾ ਕੁਰਬਾਨੀ ਕਰਨੀ, ਉਹਦੇ ਨਾਲ ਦਾਦਾ ਚਲਾਇਆ ਜਾਂਦਾ ਸੀ। ਹਲਕੀ ਜਿਹਾ ਛੁਰੀ ਫੇਰਦਾ ਸੀ, ਊਂਠ ਦੀ ਉਸਤਾਦੀ ਧੋਣ ਕਲਮ। ਇਹਦਾ ਦਾਦਾ ਇੰਨਾ ਨਿੱਕਾ ਸੀ, ਇਹਦੇ ਦਾਦੇ ਨੂੰ ਉਦੋਂ ਪੁਰਾਣੇ ਵਕਤਾਂ 'ਚ ਪੰਜਾ ਹੱਥ ਪਾਇਆ ਤੇ ਵਿੱਚੋਂ ਦੀ ਲੰਘ ਗਿਆ। ਇਹਦਾ ਦਾਦਾ ਵਿੱਚੋਂ ਦੀ ਲੰਘ ਗਿਆ। ਇਹਦੇ ਦਾਦੇ ਨੂੰ ਵੇਖ ਕੇ ਉਹਨਾਂ ਨੇ ਦਾਤ ਬਣਾਇਆ। ਇਹਦੇ ਦਾਦੇ ਨੂੰ ਪਹਿਲੇ ਗੂਠੇ ਥੱਲੇ ਲੈਂਦੇ ਹੀ ਐ ਛਿਛੜੇ ਲਾਉਣ ਨੂੰ, ਬਾਅਦ 'ਚ ਉਹਨਾਂ ਨੇ ਦਾਤ ਬਣਾਇਆ ਇਹਦੇ ਦਾਦੇ ਵੱਲ ਵੇਖ ਕੇ ਭਾਈ। ਇੱਕ ਵਾਰੀ ਭਾਈ ਇਹਨਾਂ ਦਾਦਾ ਕਮਲਾ ਹੋਇਆ ਹੋਵੇ, ਉਹ ਕਦੀ ਆਇਆ ਵੱਜੇ ਮੈਂ ਕਿਹਾ ਕੀ ਕਹਿੰਦਾ ਯਾਰ ਅੱਜ ਪੱਠੇ ਕੁਤਰਨੇ ਸੀ, ਉਹ ਨਾ ਉਹਨਾਂ ਦੇ ਟੋਕੇ ਨਹੀਂ ਹੈਗੇ, ਉਹਨਾਂ ਨੇ ਮੈਨੂੰ ਬਾਹਰ ਲਿਆਉਣ ਦੀ ਜਗ੍ਹਾ ਭਾਈ ਘਮਾਏਗਾ ਮੁੜ ਕੇ ਐਂ ਵੱਜਦਾ ਵੇ ਐਡਾ ਤਿੱਕਾ ਹੀ ਪੱਠੇ ਕੁਤਰ ਦਿੰਦਾ ਸੀਗਾ। ਇਹਦੇ ਦਾਦੇ ਨੂੰ ਭਾਈ ਹਰ ਈਦ ਤੇ ਚਾਂਦ ਰਾਤ ਵਾਲੇ ਦਿਨ ਲੈ ਜਾਂਦੇ ਸੀ ਸ਼ਹਿਰ, ਉਹ ਛੁਰੀਆਂ ਤਿੱਖੀਆਂ ਕਰਾਉਣ ਵਾਲੇ ਵਾਂਗੂ ਐ ਕਰਨ ਇਹਦੇ ਦਾਦੇ ਨੂੰ ਭਾਈ ਤਿੱਖਾ ਕਰਾਉਂਦੇ ਸੀ। ਉਹ ਤੋਂ ਹਾਂ ਪੱਠੇ ਵੱਢਣ ਵਾਲੀ ਮਸ਼ੀਨਾਂ ਹੀ ਚੱਲਦੀਆਂ ਸੀ, ਇਹਦਾ ਦਾਦਾ ਚੱਲਦਾ ਹੁੰਦਾ ਸੀਗਾ, ਐਂ ਕਰਕੇ ਨਾਕੀਆ ਮਾਰਦਾ ਸੀ ਉਹ। ਯਾਰ ਬਸ ਇਹ ਬਹੁਤ ਪੁਰਾਣਾ ਬੰਦਾ ਭਾਈ, ਇਹ ਬਹੁਤ ਪੁਰਾਣਾ ਬੰਦਾ। ਇਹਦਾ ਦਾਦਾ ਜਿਵੇਂ ਦਾ ਤਿੱਖਾ ਹੀ ਐਵੇਂ ਦਾ ਇਹ ਤਿੱਖਾ। ਇਹ ਉਦੋਂ ਨਿੰਬੂ ਨਵੇਂ ਚੱਲੇ ਸੀਗੇ। ਆ ਕਾਇਦੇ ਆਜ਼ਮ ਇਹਦੇ ਕੋਲ ਟਿਊਸ਼ਨ ਪੜ੍ਹਨ ਹੁੰਦਾ ਸੀਗਾ, ਇਹਦੇ ਨਾਲ ਘੰਟੇ ਖੇਡਦਾ ਰਿਹਾ। ਉਹ ਹਾਂ ਆ ਮਸ਼ੀਨਾਂ ਭਲਾ ਕਿਦੋਂ ਚੱਲੀਆਂ ਜਿਹੜਾ ਜੂਸ ਕੱਢਣ ਵਾਲੀਆਂ, ਇਹਦੇ ਦਾਦੇ ਨੂੰ ਵੇਖ ਤੇ ਇਹਨਾਂ ਨੂੰ ਵੇਖ ਕੇ ਚੱਲੀਆਂ। ਇਹ ਕੱਚ 'ਚ ਲੈ ਕੇ ਆਇਆ ਕੜਿਸ ਪਿੱਛੋਂ ਜੂਸ ਪਾਉਂਦੀ ਸੀਗੀ। ਉਹ ਭਾਈ ਜਾਨ ਇਹਦੇ ਦਾਦੇ ਨੇ ਤਾਂ ਜਿਹੜੀ ਟ੍ਰੇਨ ਬਣਾਈ ਸੀ ਕਾਇਦੇ ਆਜ਼ਮ ਨੇ, ਉਹਦੇ ਪੇਜ ਕਰੇ ਕਾਇਦੇ ਆਜ਼ਮ ਇਹਦੇ ਦਾਦੇ ਨੂੰ ਫੜ ਲੈਂਦਾ ਸੀ ਅੱਗੋਂ ਸ਼ੇਰ ਵਾਲੀ ਸਾਈਡ ਤੋਂ ਕੱਢ ਦਿੰਦਾ ਸੀ ਪੇਜ। ਏਦਾਂ ਟਿੱਕਾ ਸੀ ਹੁੰਦਾ ਸਾਡਾ। ਆ ਟ੍ਰੇਨ ਦੀ ਪਟਲੀ ਜਿਹੜੀ ਉਦੋਂ ਬਣਾਈ ਸੀਗੀ, ਉਹ ਜਿਹੜੀ ਹੁਣ ਉਹ ਚੀਜ਼ਾਂ ਉਹ ਕਹਿੰਦੇ ਨਹੀਂ ਉਹ ਛੋਟੀਆਂ ਕਰਨੀਆਂ। ਉਹ ਭਾਈ ਆ ਜਿਹੜੀਆਂ ਤਲਵਾਰਾਂ ਲਈ ਫਿਰਦੇ ਸੀਗੇ, ਇਹਦਾ ਦਾਦਾ ਉਦੋਂ ਹੀ ਫੌਤ ਹੋਇਆ ਵਿਚਾਰਾ, ਅੱਲਾ ਉਹਨੂੰ ਜੰਨਤ 'ਚ ਜਗ੍ਹਾ ਦੇਵੇ। ਉਹ ਭਾਈ ਆ ਸਿੱਖਾਂ ਨੇ ਵੱਢ ਦਿੱਤਾ ਸੀ ਵਿੱਚੋਂ, ਕਿਸੇ ਨੇ ਹੱਡੀ ਚੁੱਕ ਲਈ, ਕਿਸੇ ਨੇ ਬਾਂਹ। ਤਿੱਖਾ ਬਹੁਤ ਸੀ ਇਹਦਾ ਦਾਦਾ, ਤਲਵਾਰਾਂ ਦੀ ਜਗ੍ਹਾ ਤੇ ਇਹਦੇ ਦਾਦੇ ਦੀਆਂ ਹੱਡੀਆਂ ਚੱਲੀਆਂ ਸੀਗੀਆਂ ਜੰਗ 'ਚ। ਏਡਾ ਤਿੱਖਾ ਸੀਗਾ। ਉਹ ਰੀੜ ਦੀ ਹੱਡੀ ਆ ਤਲਵਾਰ, ਇਹਦੇ ਦਾਦੇ ਨੂੰ ਵੇਖ ਕੇ ਬਣਾਈ ਗਈ ਆ। ਉਹ ਇੰਨੀ ਤਿੱਖੀ ਆ, ਵੇਖ ਲਾ ਬੰਦੇ ਕਲਮ ਕਰ ਦਿੰਦੇ। ਉਹ ਯਾਰ ਇਹਦੀ ਦਾਸੇ ਵੀ ਓਨਾ ਹੀ ਪੁਰਾਣੇ ਵੀ ਤਿੱਖਾ ਕਿ ਖੁੰਡਾ ਜਾਂ ਇਹਨੂੰ ਪੁੱਛ ਤਾਂ ਸਹੀ, ਉਹਨਾਂ ਹੀ ਜ਼ੰਗ ਲੱਗ ਗਿਆ। ਅੱਛਾ ਇਹਨੂੰ WD-40 ਮਾਰ। ਇਹਨੂੰ ਰੇਗਮਾਲ ਵੀ ਬੜਾ ਮਾਰਿਆ, ਵੇਖ ਲਾ ਫਿਰ ਵੀ ਨਹੀਂ ਕੋਈ ਫਰਕ ਪਿਆ। ਇਹਨੂੰ ਲੈ ਕੇ ਜਾਓ ਜਿਹੜੀ ਗ੍ਰੈਂਡਰ ਨਹੀਂ ਹੁੰਦੀ ਟਰਨ ਉਹਨ ਤੇ ਲੈ। ਦਾਦਾ ਨੇ ਬੜਾ ਮੱਛੀ ਮਾਰ ਕੇ ਕੱਢ ਦਿੰਦੇ ਸੀ, ਮੱਛੀ ਉਹ ਮਾਰਦੇ ਨਹੀਂ ਉਹ ਜਿਵੇਂ ਹੁਣ ਚਾਈਨੀਜ਼, ਉਹਦੇ ਦਾਦੇ ਦੇ ਸੂਲਾ ਚੱਲ ਰਹੇ। ਤੂੰ ਹੀ ਦਾਦਾ ਨਹੀਂ ਸਹੀ ਆ ਜਦ ਤੱਕ ਦਾਦੇ। ਅੱਛਾ ਜੀ, ਹਾਂਜੀ ਪਾਕਿਸਤਾਨ ਦਾ ਨਵਾਂ ਵਜ਼ੀਰ ਆਜ਼ਮ 2024 ਦੇ ਇਲੈਕਸ਼ਨ ਤੋਂ ਬਾਅਦ
ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਬਣਾ ਦਿੱਤਾ ਗਿਆ। ਉਹਦੇ ਬਾਰੇ ਆਪਣੇ ਤਿੰਨੇ ਮਹਿਮਾਨਾਂ ਕੋਲੋਂ ਰਾਏ ਲੈਂਦੇ ਹਾਂ ਕਿ ਉਹਨਾਂ ਬਾਰੇ ਇਹਨਾਂ ਦੀ ਕੀ ਰਾਏ ਨੇ ਅਤੇ ਉਹਨਾਂ ਬਾਰੇ ਕੀ ਕਹਿਣਾ ਚਾਹਣਗੇ ਨੇ ਇਹ। ਦੱਸਿਆ ਨਹੀਂ ਸੀ ਮਹਿਮਾਨ। ਨਵਾਂ ਵਜ਼ੀਰ ਆਜ਼ਮ ਛਾਪਰ ਛੁਪਰ ਲਾ ਰਹੇ, ਨੰਬਰ ਲਵਾ ਲਿਆ ਕਿ ਪਲਾਈਡ ਫਾਰੀ ਹੈ ਤੁਰਿਆ ਫਿਰਦਾ। ਅਪਲਾਈਡ ਫॉर ਨਹੀਂ ਨੰਬਰ ਲੱਗ ਗਿਆ। ਅੱਛਾ ਨੰਬਰ ਲੱਗ ਗਿਆ। ਕਿੱਥੋਂ ਦਾ? ਪਾਕਿਸਤਾਨ। ਅੱਛਾ ਪਾਕਿਸਤਾਨ ਦਾ। ਇਹ ਬਹੁਤ ਅੱਛਾ ਬੰਦਾ ਵਾ ਸ਼ਹਬਾਜ਼ ਸ਼ਰੀਫ, ਬੜਾ ਨੇਕ ਬੰਦਾ। ਨਮਾਜ਼ ਭਾਵੇਂ ਉਹਨੇ ਇੱਕ ਵੀ ਨਾ ਕਦੀ ਪੜ੍ਹੀ ਹੋਵੇ, ਲੇਕਿਨ ਬੰਦਾ ਬਹੁਤ ਚੰਗਾ। ਹਾਂਜੀ ਸਰ। ਇਹ ਭਾਈ ਸ਼ਹਬਾਜ਼ ਸ਼ਰੀਫ ਦੀ ਗੱਲ ਕਰਦੇ। ਭਾਜੀ ਸ਼ਹਬਾਜ਼ ਸ਼ਰੀਫ ਨਹੀਂ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਭਰਾ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ। ਉਹ ਮੈਂ ਸਮਝਿਆ ਕਿ ਤਾਂ ਮੇਰਾ ਕਜ਼ਨ ਦੀ ਗੱਲ ਕਰਦੇ। ਉਹ ਦੂਰ ਦੀ ਰਿਸ਼ਤੇਦਾਰੀ ਪੈਂਦੀ ਹੈ, ਮੁਗਲ ਹੁੰਦੇ ਆ ਨਾ, ਤੇ ਉਹ ਕਿਤੋਂ ਨਾ ਕਿਤੋਂ ਮੁਗਲ ਜ਼ਾਤ ਰਾਲੀ ਜਾਂਦੀ ਸੀ। ਨਾਲੇ ਮੈਂ ਸਮਝਿਆ ਕਿ ਤੇ ਮੇਰੇ ਕਜ਼ਨ ਦੀ ਗੱਲ ਕਰਨ ਦੇ ਸੋ। ਮੈਂ ਕਿਹਾ ਮੇਰਾ ਕਜ਼ਨ ਹੀ ਸ਼ਹਬਾਜ਼ ਸ਼ਰੀਫ ਹੈ, ਉਹ ਵੀ ਉਹ ਉੱਥੋਂ ਦਾ ਪਿੰਡ ਦਾ ਵਾ ਵਜ਼ੀਰ ਆਜ਼ਮ। ਮੈਂ ਕਿਹਾ ਉਹਦੀ ਗੱਲ ਕਰਾਂ। ਸ਼ਹਬਾਜ਼ ਸ਼ਰੀਫ ਹੁਣ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹੁਣ? ਕੀ ਕਹਿਣਾ ਚਾਹੋਗੇ? ਬਸ ਚੀਜ਼ਾਂ ਸਸਤੀਆਂ ਕਰ ਦੇਣ ਸਾਨੂੰ, ਤਾਂ ਚੀਜ਼ਾਂ ਨਾਲ ਹੀ ਆ ਨਾ ਕਿ ਸਾਡੇ ਬੈਲੈਂਸ ਬੂਲੈਂਸ ਜਿਹੜੇ ਪੈ ਗਏ ਜੋ ਸਸਤੇ ਹੋ ਜਾਣ, ਹੈਂ ਸਾਨੂੰ ਸਕੂਨ ਮਿਲ ਜਾਵੇ। ਬਾਕੀ ਸ਼ਹਬਾਜ਼ ਸ਼ਰੀਫ ਲਵ ਯੂ ਹੋ ਗਿਆ ਜਾਨੂੰ। ਕੋਈ ਕੰਮ ਕੁਮ ਹੋਵੇ ਤਾਂ ਦੱਸੀ, ਅਸੀਂ ਆ ਜਾਗੇ ਕਰ ਲੈਂਦੇ। ਅਸੀਂ ਸਾਰੇ ਕਰ ਲੈਂਦੇ, ਪਲਸਤਰ ਵੀ ਕਰ ਲਈਦਾ, ਚਨਾਈ ਵੀ ਲਾ ਲਈਦੀ। ਕੋਈ ਦੱਸੀ ਕਿਤੇ ਕੰਮ ਕੀ ਕਹਿਣਾ ਚਾਹੋਗੇ ਪਾਕਿਸਤਾਨ ਦੇ ਨਵੇਂ ਵਜ਼ੀਰ ਆਜ਼ਮ ਬਣ ਗਏ? ਸਵਾਲ ਪਹਿਲੇ ਤੇ ਭਾਈ ਅਲੀ ਨੂੰ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਸੀ ਕਿ ਡੱਬਾ ਪੈਕ ਲੈ ਕੇ ਆਏ ਕਿ ਸੈਕਿੰਡ ਹੈਂਡ 'ਚ ਲੈ ਕੇ ਆਏ ਤੁਸੀਂ ਨਵਾਜ਼ ਸ਼ਰੀਫ। ਸ਼ਹਬਾਜ਼ ਸ਼ਰੀਫ ਮੈਨੂੰ ਇਹ ਦੱਸੋ ਪਹਿਲੇ। ਅਸੀਂ ਸਰ ਡਿੱਬਾ ਪੈਕ ਨਹੀਂ ਲੈ ਕੇ ਆਏ, ਇਹ ਖੁੱਲਿਆ ਹੋਇਆ। ਖੁੱਲਿਆ ਹੈ ਤੇ ਕਿੰਨੇ ਮਹੀਨੇ ਦੀ ਵਾਰੰਟੀ ਪਈ ਹੈ? ਇਹਦੀ ਵਾਰੰਟੀ ਕੀ? ਤੇ ਟੱਚ ਪੈਨਲ ਓਰੀਜਨਲ ਹੈ ਕਿ ਬਦਲਿਆ ਹੋਇਆ ਹੈ? ਇਹ ਸਰ ਤੁਸੀਂ ਆਪ ਹੀ ਸਾਨੂੰ ਨਹੀਂ ਪਤਾ, ਪਿੱਛੇ ਹੀ ਆਇਆ ਵਾ ਡੱਬਾ ਪੈਕ ਹੀ ਆਇਆ ਹੋਇਆ। ਇਹ ਸੈਟ ਚੈੱਕ ਕਰਾਉਂਗੇ ਤੇ ਯਾਰ ਪਤਾ ਲੱਗਦਾ ਹੈ। ਹੁਣ ਦੂਰੋਂ ਤੇ ਬੰਦਾ ਦੇਖ ਹੀ ਸਕਦਾ, ਚੀਜ਼ ਤਾਂ ਸੋਹਣੀ ਲੱਗਦੀ ਹੈ। ਸਰ ਅਸੀਂ ਤਾਂ ਆਈਫੋਨ ਮੰਗਾਇਆ ਸੀਗਾ, ਲੇਕਿਨ ਅੱਗੋਂ ਕਿਉਂ ਮੋਬਾਈਲ ਨਿਕਲ ਆਇਆ। ਹੁਣ ਕਹਿੰਦੇ ਆ ਨਾ ਦੂਰ ਦੇ ਢੋਲ ਸੁਹਾਣੇ। ਹੁਣ ਬਾਹਰ ਉਹਨਾਂ ਨੇ 4 GB ਰੈਮ ਲਿਖਿਆ, ਅੰਦਰੋਂ 2 GB ਨਿਕਲਿਆ ਹੋਵੇ, ਫਿਰ ਫਾਇਦਾ। ਯਾਰ ਗੱਲ ਪਤਾ ਕੀ ਹੈ, ਮੈਮਰੀ ਹੁਣ 64 ਜੀ 128 ਲਿਖਿਆ ਹੋਇਆ, ਬਾਅਦ ਚ 32 ਵੀ ਨਾ ਨਿਕਲੇ, 16 ਨਿਕਲਿਆ ਹੋਵੇ, ਫਿਰ ਸਾਡਾ ਕੀ ਬਣਨਾ? 5 GB ਦੀ ਸਾਡੀ ਸਿਰਫ ਟਿਕਟ ਹੋ ਗਈ ਹੈ, ਉਹਦੇ ਚ ਫਿਰ ਕੀ ਚੱਲਣੀ ਸਾਡੇ? आवाम ने पहला चलाया हो, आवाम हमारे चैनल को सब्सक्राइब करें।